दोहरा केसर एला जुगम बिद खारक दाखन बृंद खोपा गरी बिदाम की आने सकट बिलंद। वाहिगुरु जी का खालसा वाहिगुरु जी की फतेह। परम सत्कारयोग सन्मानयोग गुरु स्वरूप गुरु खालसा साध संगत जीओ, जुगो जुग अटल सतगुरु श्री गुरु ग्रंथ साहिब जी महाराज गरीब नवाज जी दे पावन पवित्र चरण कमलों च और नौवें पातशाह श्री गुरु तेग बहादुर साहिब जी महाराज जी दे पवित्र पावन सचखंड दरबार अंदर हाजरियां भर के अपने जीवन दियां कुछ घड़ियां समा ते सवास सतगुरु जी दे लेखे ला के सफला और सकारथा कर रहे हो। अज दा दिन जो सिख जगत कदे भी अपने हिरदे विचों इस दिन की विस्मृति नहीं कर सकता। सचखंड श्री हरमंदर साहिब जी ते श्री अकाल तख्त साहब जी ते 1984 विच अज दे दिन समय दी सरकार वल्लों उन्हां दे पाले हुए गुंडियां वल्लों हमला किया गया और इस हमले दे दौरान 4, 5 ते 6 जून लगातार अनेकां सिंह ਸਿੰਘਣੀਆਂ बच्चे शहीदियां प्राप्त कर गए और यह हमला केवल श्री दरबार साहब ते नहीं सी कीता गया। श्री दरबार साहब तो इलावा यह हमला होर भी बहुत सारे इतिहासक स्थानों ते कीता गया। गुरुद्वारा श्री दुख निवारण साहब जिथे आपां बैठे हाँ इत्थे भी वो हमला होया। ये सरकार की बद नीति सी, भैड़ी खोटी नीति सी। श्री हरमंदर साहब महापुरुषों के होण दा उन्हां कोल बहाना सी कि असीं तां हमला कीता, पर बाकी जो अनेकां स्थानां ते हमला किया गया वो किस कारण लई, यानी कि एक प्रकार की ईर्खा ते द्वेष रख के हमला किया गया। वो समूह शहीद जिन्हां ने इन्हां दिनां दे दौरान शहीदियां प्राप्त कीतियां, जिन्हां विचों 20-20 दिन दे एक महीने दे बच्चे भी कई शहीद होए, साल दे बच्चे शहीद होए। उन्हां सारे शहीदां दे चरणां विच कोटि कोटि प्रणाम है। एक घल्लूघारा सी, इस करके घल्लूघारा कहा जाता है कि जदों जोर ते जुल्म नाल किसे नूं खत्म किया जाए उन्होंने घल्लूघारा कहते। पर जिहड़े गुरु के लाल अगों दरबार साहब की आन शान की राखी खातर लड़े, उन्हां शहादतां प्राप्त कीतियां, उन्हां जुझारू सिंघां नूं भी प्रणाम है। लड़ीवार कथा आप जी सरवण कर रहे हो। केशोदास कलगीधर जी महाराज जी कोल बैठा है, कहंदा जी बड़े नेम चाहिए ने, चंडी प्रगट करने लई ब्रह्मचर्य चाहिए, मन की एकाग्रता चाहिए है, पवित्रता चाहिए है, करन वाला भी ते कराउण वाला भी। तो महाराज जी दे प्यारे भाई दया राम जी गुरु कुल दे पुरोहित
ਕਹਿਣ ਲੱਗੇ, ਪੰਡਤ ਜੀ ਇੱਥੇ ਸਭ ਕੁਝ ਹੀ ਪੂਰਾ ਹੈ। ਇਹਨਾਂ ਦੇ ਬਚਨਾਂ ਨਾਲ ਸਿੱਖਾਂ ਦੇ ਹਿਰਦੇ ਅਡੋਲ ਹੋ ਜਾਂਦੇ ਨੇ, ਤੇ ਇਹਨਾਂ ਦੇ ਆਪਣੇ ਹਿਰਦੇ ਦੇ ਅਡੋਲ ਹੋਣ ਵਿੱਚ ਤਾਂ ਕੋਈ ਸੰਦੇਹ ਹੀ ਨਹੀਂ ਹੈ। ਬ੍ਰਹਮਚਰਜ ਇਹਨਾਂ ਜੈਸਾ ਕਿਸੇ ਕੋਲ ਨਹੀਂ ਹੈ। ਸੰਸਾਰ ਵਿੱਚ ਜਿਤਨਾ ਵੀ ਬ੍ਰਹਮਚਰਜ ਜੀਵਾਂ ਦੇ ਵਿੱਚ ਹੈ, ਇਹਨਾਂ ਦਾ ਹੀ ਬਖਸ਼ਿਆ ਹੋਇਆ ਹੈ। ਤੋ ਸਮੱਗਰੀ ਲਿਖਾਈ ਗਈ, ਗੁਰਦੇਵ ਨੇ ਖੁੱਲੀ ਮਾਇਆ ਦੇ ਗੱਫੇ ਦੇ ਕੇ ਸੇਵਾਦਾਰਾਂ ਨੂੰ ਭੇਜਿਆ ਕਿ ਜਿਹੜੀ ਸਮੱਗਰੀ ਪੰਡਤ ਜੀ ਨੇ ਕਹੀ ਹੈ ਹਵਨ ਕਰਨ ਲਈ ਉਹ ਖਰੀਦ ਕੇ ਲਿਆਓ। ਇਹ ਸਤਿਗੁਰੂ ਕਲਗੀਧਰ ਦਾ ਇੱਕ ਚੋਜ ਹੈ ਮਹਾਰਾਜ ਜੀ ਦਾ। ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕੇਸ਼ੋਦਾਸ ਦਾ ਜੋ ਪਖੰਡ ਸੀ ਉਹ ਵੀ ਉਘੇੜਨਾ ਚਾਹੁੰਦੇ ਸਨ, ਔਰ ਸਤਿਗੁਰੂ ਜੀ ਇੱਕ ਆਪਣੀ ਲੀਲਾ ਵਰਤਾ ਰਹੇ ਨੇ, ਮਹਾਰਾਜ ਜੀ ਆਪਣਾ ਚੋਜ ਵਰਤਾ ਰਹੇ ਨੇ। ਤੋ ਆਓ ਚੋਜੀ ਪ੍ਰੀਤਮ ਦੇ ਨਾਲ ਚੋਜਾਂ ਦੀ ਕਥਾ ਸਰਵਣ ਕਰੀਏ। ਕਲਗੀਧਰ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦੇ ਹੋਇਆਂ, ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਇਆਂ ਸੰਭੂ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੇਸਰ ਏਲਾ ਜੁਗਮ ਬਿਦ ਖਾਰਕ ਦਾਖਨ ਬ੍ਰਿੰਦ। ਸਮੱਗਰੀ ਵਿੱਚ ਆ ਸਾਰਾ ਸਾਜੋ ਸਮਾਨ ਆਇਆ, ਜਿਹਦੇ ਵਿੱਚੋਂ ਕੇਸਰ ਹੈ, ਏਲਾ ਇਲਾਇਚੀਆਂ ਨੂੰ ਕਹਿੰਦੇ ਨੇ ਛੋਟੀਆਂ ਨੂੰ, ਦੋਵਾਂ ਪ੍ਰਕਾਰ ਦੀਆਂ, ਛੋਟੀਆਂ ਵੀ ਤੇ ਵੱਡੀਆਂ ਵੀ। ਤੋ ਇਸੇ ਪ੍ਰਕਾਰ ਨਾਲ ਛੁਹਾਰੇ, ਦਾਖਾਂ, ਇਹ ਜਿਤਨੇ ਪ੍ਰਕਾਰ ਦੇ ਮੇਵੇ ਹਨ। ਖੋਪਾ ਗਰੀਬ ਦਾਮ ਕੀ ਆਨੇ ਸਕਟ ਬਿਲੰਦ। ਖੋਪਾ ਬਦਾਮਾਂ ਦੀਆਂ ਗਿਰੀਆਂ, ਹੋਰ ਜਿਹੜੇ ਜਿਹੜੇ ਮੇਵੇ ਲਿਖਾਏ ਗਏ ਸਨ, ਜਾਂ ਹੋਰ ਜਿਹੜੀ ਸਮੱਗਰੀ ਕੇਸ਼ੋਦਾਸ ਵੱਲੋਂ ਲਿਖਾਈ ਗਈ ਸੀ, ਉਹ ਸਾਰੀ ਸਮੱਗਰੀ ਗੱਡਿਆਂ ਦੇ ਉੱਤੇ ਲੱਦ ਕੇ ਗੁਰਸਿੱਖ ਖਰੀਦ ਕੇ ਲੈ ਕੇ ਆ ਰਹੇ ਹਨ। ਚੋਪਈ ਜੈ ਕੈ ਤੇ ਕ੍ਰਿਤ ਸੈਂਕਰੇ ਮਨੈ। ਫਿਰ ਘਿਓ ਬੜਾ ਲੱਗਣਾ ਸੀ, ਇਸ ਕਰਕੇ ਕਈ ਕਿਲੋਆਂ ਦੇ ਵਿੱਚ ਜਿਹੜਾ ਘਿਓ ਹੈ ਉਹ ਇਕੱਠਾ ਕਰਕੇ ਲਿਆਂਦਾ ਹੈ। ਤਿਲ ਜਵ ਤੁੰਦਲ ਲੈ ਕਰ ਘਨੇ। ਤਿਲ ਜੌਂ ਤੰਦਲ ਜੋ ਹਵਨ ਕੁੰਡ ਵਿੱਚ ਪਾਏ ਜਾਂਦੇ ਨੇ ਆਹੂਤੀ ਵਜੋਂ, ਉਹ ਵੀ ਲਿਆਂਦਾ ਗਿਆ। ਸੰਚੈ ਪਇਓ ਆਨੰਦਪੁਰ ਆਏ। ਇਦਾਂ ਜਿਹੜੀ ਜਿਹੜੀ ਸਮੱਗਰੀ ਕੇਸ਼ੋਦਾਸ ਨੇ ਲਿਖਾਈ ਸੀ, ਉਹ ਸਾਰੀ ਸਮੱਗਰੀ ਸਤਿਗੁਰੂ ਜੀ ਦੇ ਜਿਹੜੇ ਮਸੰਦ ਨੇ ਉਹ ਇਕੱਠੀ ਕਰਕੇ ਸ੍ਰੀ ਆਨੰਦਪੁਰ ਸਾਹਿਬ ਲੈ ਆਏ ਨੇ। ਇੱਕ ਵੱਡੇ ਕਮਰੇ ਦੇ ਵਿੱਚ ਸਾਰੀ ਸਮੱਗਰੀ ਇਕੱਠੀ ਕਰਕੇ ਰੱਖ ਲਈ ਹੈ। ਜਹੈ ਸੋ ਵਸਤੂ ਸਕਲੇ ਅਨਾਏ। ਜੋ ਜੋ ਵਸਤੂਆਂ ਚਾਹੀਦੀਆਂ ਸਨ, ਜੋ ਕੇਸ਼ੋਦਾਸ ਨੇ ਕਿਹਾ ਗਿਆ ਇਹਦੇ ਵੱਲੋਂ ਦਸੀਆਂ ਗਈਆਂ ਸਨ, ਉਹ ਸਾਰੀਆਂ ਵਸਤੂਆਂ ਲਿਆਂਦੀਆਂ ਗਈਆਂ। ਸਰਬ ਸਮਗਰੀ ਹੋਇਸ ਤਿਆਰੀ। ਇਸ ਤਰ੍ਹਾਂ ਸਾਰੀ ਸਮੱਗਰੀ ਜਿਹੜੀ ਹੈ ਉਹ ਤਿਆਰ ਹੋਈ ਹੈ, ਸਾਰੀ ਸਮੱਗਰੀ ਇਕੱਠੀ ਹੋ ਗਈ ਹੈ। ਲਿਓ ਬਿਪਰ ਕੋ ਨਿਕਟੇ ਹਕਾਰੀ। ਹੁਣ ਇਸ ਮਿਸਰ ਨੂੰ, ਮਿਸਰਜੂ, ਕਲਗੀਧਰ ਜੀ ਨੇ ਆਪਣੀ ਬਾਣੀ 'ਚ ਇਹਨੂੰ ਮਿਸਰਜੂ ਲਿਖਿਆ। ਦਸਮ ਗ੍ਰੰਥ ਸਾਹਿਬ ਵਿੱਚ ਜਦੋਂ ਮਹਾਰਾਜ ਜੀ ਸ਼ਬਦ ਉਚਾਰਦੇ ਨੇ ਨਾ, ਜੋ ਕਿਛ ਲੇਖ ਲਿਖਿਓ ਬਿਦ ਨਾ ਸੋਈ ਪਾਈਤ ਮਿਸਰਜੂ ਸ਼ੋਕ ਨਿਵਾਰੋ ਹਮਾਰੋ ਕਿਛੂ ਅਪਰਾਧ ਨਹੀਂ ਗਇਓ ਯਾਦ ਤੇ ਭੂਲ ਨਾ ਕੋਪ ਚਿਤਾਰੋ। ਇਹ ਸਾਰਾ ਸ਼ਬਦ ਮਹਾਰਾਜ ਜੀ ਨੇ ਕੇਸ਼ੋਦਾਸ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ। ਜਦੋਂ ਪਾਤਸ਼ਾਹ ਕਹਿੰਦੇ ਚਟਪਟਾਏ ਚਿਤ ਮੈਂ ਜਰਿਓ ਤ੍ਰਿਣ ਜੋ ਕ੍ਰੁੱਧਤ ਹੋਏ ਖੋਜ ਰੋਜ ਕੇ ਹੇਤ ਲਗ ਦਇਓ ਮਿਸ਼ਰ ਜੂ ਰੋਏ। ਸ੍ਰੀ ਦਸਮ ਗ੍ਰੰਥ ਸਾਹਿਬ ਦਾ ਮੱਧ ਇੱਥੇ ਲੱਗਦਾ, ਜਿਵੇਂ ਜੈਤ ਸ੍ਰੀ ਦੀ ਵਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਲੱਗਦਾ ਨਾ,
ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ। ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਮੱਧ ਇਸ ਦੋਹਰੇ ਤੇ ਲੱਗਦਾ। ਚਟ ਪਟਾਏ ਚਿਤ ਮੈਂ ਜਰਿਓ ਤ੍ਰਿਣ ਜਿਉ ਕ੍ਰੁੱਧਤ ਹੋਏ ਖੋਜ ਰੋਜ ਕੇ ਹੇਤ ਲਗ ਦਇਓ ਮਿਸ਼ਰਜੂ ਰੋਏ। ਮਿਸ਼ਰਜੂ ਪੰਡਤ ਨੂੰ ਕਹਿੰਦੇ ਆ। ਤੋ ਮਹਾਰਾਜ ਜੀ ਨੇ ਸੱਦਾ ਭੇਜਿਆ। ਜਦੋਂ ਸਮੱਗਰੀ ਇਕੱਠੀ ਹੋ ਗਈ ਤੇ ਪੰਡਤ ਕੇਸ਼ੋਦਾਸ ਨੂੰ ਬੁਲਾਇਆ। ਆਸ਼ਿਕ ਦੇ ਕਰ ਬੈਠਿਓ ਪਾਸੀ। ਕੇਸ਼ੋਦਾਸ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਹੈ। ਸ਼੍ਰੀ ਕਲਗੀਧਰ ਗਿਰਾ ਪ੍ਰਕਾਸ਼ੀ। ਕਲਗੀਧਰ ਸੁਆਮੀ ਜੀ ਬੋਲੇ ਕੇਸ਼ੋਦਾਸ ਨੂੰ ਕਹਿਣ ਲੱਗੇ ਦਿਜ ਬਰ ਸੁਨੋ ਜੋ ਆਇਸ ਦਈ। ਮਹਾਰਾਜ ਜੀ ਕਹਿਣ ਲੱਗੇ ਮਿਸ਼ਰ ਜੀ ਤੁਸੀਂ ਜੋ ਕਿਹਾ ਸੀ, ਜਿਹੜੀ ਸਮੱਗਰੀ ਤੁਸੀਂ ਕਹੀ ਸੀ, ਜਿੰਨੀ ਵੀ ਸਮੱਗਰੀ ਤੁਸੀਂ ਲਿਖਾਈ ਸੀ, ਜੋ ਜੋ ਵਸਤੂਆਂ ਤੁਹਾਨੂੰ ਚਾਹੀਦੀਆਂ ਸਨ, ਸਕਲ ਵਸਤ ਇਕੱਠੀ ਹੋਏ ਗਈ। ਉਹ ਸਾਰੀਆਂ ਵਸਤੂਆਂ ਇਕੱਠੀਆਂ ਹੋ ਗਈਆਂ। ਕੋਈ ਵੀ ਵਸਤੂ ਵਿੱਚੋਂ ਐਸੀ ਨਹੀਂ ਜਿਹੜੀ ਨਾ ਆਈ ਹੋਵੇ ਜੋ ਤੁਸੀਂ ਲਿਖਾਈ। ਜਿੱਥੋਂ ਜਿੱਥੋਂ ਵੀ ਉਹ ਵਸਤੂਆਂ ਮਿਲ ਸਕੀਆਂ ਨੇ ਸਾਰੀਆਂ ਲਿਆਂਦੀਆਂ ਨੇ। ਉਹਦੇ ਵਿੱਚ ਹੁਣ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ। ਜੋ ਤੁਸੀਂ ਲਿਖਾਇਆ ਸੀ ਉਹ ਆ ਗਿਆ ਹੈ। ਹਵਨ ਕਰਨ ਪਟ ਮੰਤਰਨ ਸੰਗ। ਹੁਣ ਜਿਹੜਾ ਤੁਸੀਂ ਹਵਨ ਕਰਨਾ ਚੰਡੀ ਨੂੰ ਪ੍ਰਗਟ ਕਰਨ ਲਈ, ਦੇਵੀ ਨੂੰ ਪ੍ਰਗਟ ਕਰਨ ਲਈ, ਉਹਦੇ ਵਾਸਤੇ ਜਿਹੜੀਆਂ ਆਹੂਤੀਆਂ ਪਾਣੀਆਂ ਹਨ, ਥਿਤ ਸ਼ੁਭ ਪਿਕ ਤੁਮ ਕਰੋ ਅਪੰਗ। ਹੁਣ ਤੁਸੀਂ ਦਿਨ ਮੁਕਰਰ ਕਰੋ ਕਿ ਕਿਸ ਦਿਨ ਕਰਨਾ। ਕਿਉਂਕਿ ਇਹ ਪੰਡਤ ਲੋਕ ਜਿਹੜੇ ਹੁੰਦੇ ਆ, ਇਹ ਜਦੋਂ ਕੋਈ ਪੂਜਾ ਅਰਚਨਾ ਰੱਖਣੀ ਹੁੰਦੀ ਆ ਉਹਦੇ ਲਈ ਵੀ ਮਹੂਰਤ ਸੋਧਦੇ ਨੇ। ਉਹ ਕਲਗੀਧਰ ਜੀ ਨੂੰ ਪਤਾ ਸੀ। ਮਹਾਰਾਜ ਜੀ ਕਹਿੰਦੇ ਹੁਣ ਉਹ ਤੁਸੀਂ ਵੇਖੋ ਵੀ ਤੁਸੀਂ ਕਿਹੜਾ ਦਿਨ ਸੋਧਣਾ, ਕਦੋਂ ਤੁਸੀਂ ਇਹ ਹਵਨ ਪ੍ਰਾਰੰਭ ਕਰਨਾ ਦੇਵੀ ਨੂੰ ਪ੍ਰਗਟ ਕਰਨ ਲਈ। ਕੇਸ਼ਵ ਕਯੋ ਵਿਧਾਨ ਕਰੇ ਹੋ। ਕੇਸ਼ੋਦਾਸ ਕਹਿਣ ਲੱਗਾ ਜੀ ਮੈਂ ਇਹਦਾ ਸਾਰਾ ਵਿਧਾਨ ਕਰਦਾ। ਮੈਂ ਜਿਹੜੇ ਸ਼ੁਭ ਲਗਨ ਵਗੈਰਾ ਨੇ ਉਹ ਜਾਂ ਜਿਹੜੀਆਂ ਉਹ ਵੇਖਣੇ ਹੁੰਦੇ ਆ, ਮਹੂਰਤ ਕਿਹੜਾ ਚੰਗਾ ਕਿਹੜਾ ਮਾੜਾ, ਕਹਿੰਦਾ ਜੀ ਮੈਂ ਉਹ ਸਾਰਾ ਵਿਧਾਨ ਕਰ ਲੈਂਦਾ ਹਾਂ। ਲੱਖ ਦਰਬ ਕੀ ਦਛਨਾ ਲੈ ਹੋ। ਪਰ ਹਾਂ ਗੁਰੂ ਜੀ, ਉਹ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਇਹਦੀ ਜਿਹੜੀ ਦਛਣਾ ਹੈ ਨਾ, ਭੇਟਾ ਜਿਹੜਾ ਯੱਗ ਕਰਨਾ ਹਵਨ ਕਰਨਾ, ਉਹਦੀ ਭੇਟਾ ਮੈਂ ਤੁਹਾਡੇ ਕੋਲੋਂ 1 ਲੱਖ ਰੁਪਈਆ ਲੈਣਾ। ਇੱਥੋਂ ਪਤਾ ਲੱਗਦਾ ਵੀ ਕਿੱਡਾ ਵੱਡਾ ਦੰਭੀ ਤੇ ਪਖੰਡੀ ਸੀ, ਲਾਲਚੀ ਹੈ, ਲੋਭੀ ਹੈ। ਨਾਲੇ ਇਹ ਵੀ ਕਹਿ ਰਿਹਾ ਕਿ ਗੁਰੂ ਜੀ ਤੁਸੀਂ ਜਿਹੜਾ ਪੰਥ ਸਾਜਣਾ ਜਾਂ ਇਹ ਸ਼ਕਤੀ ਪ੍ਰਗਟ ਕਰਨੀ ਹੈ, ਹਿੰਦੂ ਧਰਮ ਦੀ ਰਾਖੀ ਲਈ ਕਰਨੀ ਹੈ। ਸਾਡੇ ਤਿਲਕ ਜੰਜੂ ਦੇ ਤੁਸੀਂ ਰਾਖੇ ਹੋ 9ਵੇਂ ਜਾਮੇ 'ਚ, ਸਾਡੇ ਤਿਲਕ ਜੰਜੂ ਦੀ ਰਾਖੀ ਲਈ ਸ਼ਹੀਦੀ ਦਿੱਤੀ ਹੈ। ਤੇ ਹੁਣ ਇੰਨਾ ਵੀ ਨਹੀਂ ਕਰ ਸਕਦਾ ਵੀ ਘਟੋ ਘਟ ਜਿਹੜਾ ਉਹ ਯੱਗ ਹੋਣਾ, ਹਵਨ ਹੋਣਾ, ਉਹਦੇ ਵਿੱਚ ਘਟੋ ਘਟ ਲੱਖ ਰੁਪਈਆ ਉਹ ਪੈਸੇ ਵੀ ਨਾ ਲਵੇ ਤੇ ਮੈਂ ਇੰਨੀ ਕੀ ਸੇਵਾ ਕਰ ਦਿਆਂ ਵੀ ਚਲੋ ਦੇਵੀ ਪ੍ਰਗਟ ਹੋ ਜਾਏ। ਪਰ ਪਖੰਡੀ ਸੀ, ਲੋਭੀ ਹੈ, ਲਾਲਚੀ ਹੈ ਧਨ ਦਾ। ਤਦੇ ਤੇ ਕਲਗੀਧਰ ਜੀ ਨੇ ਬਾਅਦ ਚ ਇਹਨੂੰ ਇਗਨੋਰ ਕਰ ਦਿੱਤਾ ਤੇ ਬੜਾ ਗੁੱਸੇ ਵਿੱਚ ਸੀ। ਮਹਾਰਾਜ ਜੀ ਦੇ ਕੋਲ ਉਹ ਦਸਮ ਗ੍ਰੰਥ ਸਾਹਿਬ 'ਚ ਬਚਨ ਆਉਂਦੇ ਆ, ਚਟ ਬਟਾਏ ਚਿਤ ਮੈਂ ਜਰਿਓ, ਸੜ ਗਿਆ, ਚਟ ਪਟਾ ਗਿਆ। ਚਟ ਬਟਾਏ ਚਿਤ ਮੈਂ ਜਰਿਓ ਤ੍ਰਿਣ ਜਿਉ ਘੁਰ, ਜਿਵੇਂ ਘਾਹ ਦਾ ਕਿਣਕਾ ਨਹੀਂ ਸੜਦਾ, ਏਦਾਂ ਗੁੱਸੇ ਵਿੱਚ ਸੜ ਗਿਆ ਪੰਡਤ ਕੇਸ਼ੋਦਾਸ। ਤੋ ਖੋਜ ਰੋਜ ਕੇ ਹੇਤ ਲਗ ਦਇਓ, ਰੋ ਪਿਆ ਇੱਕ ਵਾਰੀ, ਦਇਓ ਮਿਸ਼ਰ ਜੁਹਰੋਏ, ਵਿਆਕੁਲ ਹੋ ਗਿਆ ਸੀ। ਤੋ ਇਹ ਕਹਿਣ ਲੱਗਾ ਜੀ ਮੈਂ ਜਿਹੜੀ ਭੇਟਾ ਹੈ ਉਹ 1 ਲੱਖ ਰੁਪਈਆ ਲੈਣਾ, ਕਿਉਂਕਿ ਕੰਮ ਬੜਾ ਵੱਡਾ ਹੈ। ਜਿਹੜੀ ਇਹਦੇ ਵਿੱਚ ਮਿਹਨਤ ਲੱਗਣੀ ਹੈ ਉਹ ਬਹੁਤ ਜ਼ਿਆਦਾ ਲੱਗਣੀ ਹੈ ਤੇ ਮੈਂ 1 ਲੱਖ ਰੁਪਈਆ, ਅੱਜ ਵੀ ਲੱਖ ਰੁਪਈਆ ਮਾਇਨੇ ਰੱਖਦਾ। ਉਦੋਂ ਸਤਿਗੁਰੂ ਜੀ ਨੂੰ ਕਹਿ ਰਿਹਾ, ਕਹਿੰਦਾ 1 ਲੱਖ ਰੁਪਈਆ ਮੈਂ ਇਹਦੀ ਭੇਟਾ ਲੈਣੀ ਹੈ। ਜੇ ਤਕ ਬਿਦ ਬੇਦੋਕਤ ਹੈ, ਜੋ ਵੇਦਾਂ ਦੇ ਵਿੱਚ ਵੇਦ-ਉਕਤੀਆਂ ਕਹੀਆਂ ਗਈਆਂ ਨੇ ਉਹਦੇ 'ਚ ਇੰਨੀ ਭੇਟਾ ਹੀ ਲਿਖੀ ਹੋਈ ਹੈ ਵੀ ਇੰਨੀ ਲੈਣੀ ਹੈ ਭੇਟਾ, ਮੈਂ ਆਪ ਨਹੀਂ ਲੈ ਰਿਹਾ। ਨਾਲੇ ਲਾਲਚ ਆਪਣਾ ਹੁਣ ਵੇਦਾਂ ਦੇ ਵਿੱਚ ਥੋਪ ਦਿੱਤਾ ਵੀ ਵੇਦਾਂ 'ਚ ਇਹ ਗੱਲ ਲਿਖੀ ਹੋਈ ਹੈ, ਵੇਦ ਇਹ ਗੱਲ ਕਹਿ ਰਹੇ ਨੇ। ਕਹਿੰਦਾ ਵੇਦਾਂ ਦੀਆਂ ਜਿਹੜੀਆਂ ਉਕਤੀਆਂ ਨੇ ਉਹਦੇ ਵਿੱਚ ਜੋ ਕੁਝ ਕਿਹਾ ਗਿਆ ਮੈਂ ਉਹ ਤੁਹਾਨੂੰ ਦੱਸ ਰਿਹਾ।
ਤੰਤਰੋ ਕਤ ਸ਼ਾਸਤਰ ਮੈਂ ਕਹੇ। ਜੋ ਮੰਤਰਾਂ ਦੇ ਪੜਨ ਦੀਆਂ ਉਕਤੀਆਂ ਨੇ, ਸ਼ਾਸਤਰਾਂ ਵਿੱਚ ਜੋ ਉਕਤੀਆਂ ਦਸੀਆਂ ਗਈਆਂ ਨੇ, ਜਥਾ ਕਰਮ ਸਗਰੀ ਕਰਵਾਵੋ। ਚੌਥਾ ਕਰਮ ਮੈਂ ਉਹ ਸਾਰੀ ਵਿਧੀ ਕਰਵਾਵਾਂਗਾ। ਜੋ ਮੰਤਰਾਂ ਵਿੱਚ ਕਹੀਆਂ ਗਈਆਂ ਨੇ, ਵੇਦਾਂ 'ਚ ਕਹੀਆਂ ਗਈਆਂ ਨੇ, ਸ਼ਾਸਤਰਾਂ 'ਚ ਕਹੀਆਂ ਗਈਆਂ ਨੇ, ਜਥਾ ਸ਼ਕਤ ਹਰ ਇੱਕ ਪ੍ਰਕਾਰ ਦੀ ਜਿਹੜੀ ਉਕਤੀ ਹੈ, ਉਹ ਪੂਜਾ ਕਿਸ ਢੰਗ ਨਾਲ ਕਰਨੀ ਹੈ, ਕਿਵੇਂ ਹਵਨ ਕਰਨਾ, ਕਿਵੇਂ ਆਹੂਤੀ ਦੇਣੀ ਹੈ, ਕਿਵੇਂ ਮੰਤਰ ਪੜ੍ਹਨੇ ਨੇ, ਉਹ ਮੈਂ ਕਰਾਂਗਾ, ਕਰਾਵਾਂਗਾ। ਮਹਾ ਆਰੰਭ ਸਰਬ ਪੁਰਵਾਵੋ। ਕਹਿਣ ਲੱਗਾ ਇਹ ਮਹਾ ਪ੍ਰਾਰੰਭ ਮੈਂ ਸਰਬ ਪ੍ਰਕਾਰ ਨਾਲ ਪੂਰਨ ਕਰਾਂਗਾ। ਵਿਦਿਤ ਹੋਨ ਕੈ ਦੋਏ ਨਾਈ। ਨਾਲ ਬਾਅਦ ਵਿੱਚ ਇਹ ਵੀ ਬਹਾਨਾ ਲਾਉਂਦਾ, ਕਹਿੰਦਾ ਉਹ ਚੰਡੀ ਪ੍ਰਗਟ ਹੋਵੇ ਕਿ ਨਾ ਹੋਵੇ, ਇਹ ਸਭ ਸ਼ਕਤ ਆਪ ਕੇ ਪਾਈ। ਇਹ ਤਾਂ ਗੁਰੂ ਜੀ ਤੁਹਾਡੇ ਕੋਲ ਹੈ ਸ਼ਕਤੀ। ਮੈਂ ਤਾਂ ਆਪਣੇ ਵੱਲੋਂ ਜਿਹੜਾ ਕੰਮ ਹੁੰਦਾ ਉਹ ਕਰਾਂਗਾ, ਹੋਵੇ ਪ੍ਰਗਟ ਕੇ ਨਾ ਹੋਵੇ ਤੁਹਾਡੇ ਤੇ ਹੈ। ਸਤਿਗੁਰੂ ਜੀ ਨਾਲੇ ਮੁਸਕਰਾਈ ਜਾਂਦੇ, ਨਾਲੇ ਸੁਣੀ ਜਾਂਦੇ ਵੀ ਨਾਲੇ ਤੂੰ ਕਹਿਣਾ ਮੈਂ ਲੱਖ ਰੁਪਈਆ ਲੈਣਾ, ਮੈਂ ਦੇਵੀ ਸਿੱਧ ਕੀਤੀ ਹੋਈ ਆ, ਮੈਂ ਪ੍ਰਗਟ ਕਰਾਂਗਾ, ਨਾਲੇ ਸਾਰਾ ਕੁਝ ਗੁਰੂ ਦੇ ਸਤਿਗੁਰਾਂ ਦੇ ਉੱਤੇ ਨਿਰਭਰ ਕਰ ਰਿਹਾ ਵੀ ਜੇ ਸਤਿਗੁਰਾਂ ਨੇ ਹੀ ਪ੍ਰਗਟ ਕਰਨੀਆਂ ਤੇ ਫਿਰ ਤੂੰ ਝੱਖ ਮਾਰਦੀਆਂ ਇੱਥੇ। ਪਰ ਨਾਲੇ ਵੀ ਕਹਿੰਦਾ ਜੀ ਮੇਰੇ ਮੰਤਰਾਂ ਤੋਂ ਬਿਨਾਂ ਹੋਣੀ ਵੀ ਨਹੀਂ, ਜੋ ਮੈਂ ਕਰਨਾ ਉਹ ਹੋਏਗਾ ਤਾਂ ਹੀ ਦੇਵੀ ਪ੍ਰਗਟ ਹੋਣੀ ਹੈ, ਚੰਡੀ ਪ੍ਰਗਟ ਹੋਣੀ ਹੈ। ਕਹਿਣ ਲੱਗਾ ਜੀ ਉਹ ਸ਼ਕਤੀ ਪ੍ਰਗਟ ਹੋਵੇ ਕਿ ਨਾ ਹੋਵੇ ਤੁਹਾਡੇ ਤੇ ਨਿਰਭਰ ਹੈ। ਇਸ ਮੈਂ ਭਲਾ ਬੁਰਾ ਜੇ ਕਰਮ। ਇਹਦੇ ਵਿੱਚ ਜਿਹੜਾ ਭਲਾ ਬੁਰਾ ਹੋਣਾ ਹੈ ਸਰਬ ਤੁਮਾਰੇ ਕਰ ਬਿਨ ਭਰਮ। ਉਹ ਸਭ ਕੁਝ ਤੁਹਾਡੇ ਹੱਥ ਵਿੱਚ ਹੀ ਹੋਵੇਗਾ ਗੁਰੂ ਜੀ। ਮੈਂ ਤੋ ਹਵਨ ਕਰਾਵਨ ਪਰ ਹੋ। ਮੈਂ ਤਾਂ ਕੇਵਲ ਹਵਨ ਕਰਾਵਣ ਦੇ ਵਿੱਚ ਹੀ ਹਾਂ। ਵਿਧੀ ਬਤਾਵਨ ਕ੍ਰਮ ਤੇ ਕਰੋ। ਮੈਂ ਵਿਧੀ ਦੱਸਾਂਗਾ, ਕ੍ਰਮ ਨਾਲ ਜਿਹੜੀ ਚੀਜ਼ ਜਿਹੜੀ ਵਾਰੀ ਸਹਿਤ ਕਰੀ ਦੀ ਆ ਉਹ ਕਰਾਂਗਾ। ਇਕ ਮਨ ਹੋਏ ਮੰਤਰ ਕੋ ਪਠਨੋ। ਔਰ ਮੈਂ ਜਿਹੜੇ ਮੰਤਰ ਨੇ ਉਹ ਇੱਕ ਮਨ ਇੱਕ ਚਿਤ ਹੋ ਕੇ ਪੜਾਂਗਾ। ਬਿਨ ਸੰਕਲਪ ਧਿਆਨ ਕੋ ਠਠਨੋ। ਔਰ ਬਿਨਾਂ ਸੰਕਲਪ ਵਿਕਲਪ ਤੋਂ ਮੈਂ ਆਪਣਾ ਧਿਆਨ ਇਕਾਗਰ ਕਰਾਂਗਾ। ਤਨ ਮਨ ਤੇ ਸ਼ੁੱਧ ਰਹਿਣ ਹਮੇਸ਼ਾ। ਤਨ ਤੇ ਮਨ ਕਰਕੇ ਹਮੇਸ਼ਾ ਸ਼ੁੱਧ ਰਹਿਣਾ। ਤੁਮ ਅਧੀਨ ਇਤਿਆਦ ਅਸ਼ੇਸ਼ਾ। ਮਨ ਦੀ ਇਕਾਗਰਤਾ ਆਪ ਜੀ ਨੂੰ ਵੀ ਚਾਹੀਦੀ ਹੈ, ਤਨ ਮਨ ਕਰਕੇ ਤੁਸੀਂ ਵੀ ਹਮੇਸ਼ਾ ਸ਼ੁੱਧ ਰਹਿਣਾ ਹੈ। ਅਸ਼ਟ ਪ੍ਰਕਾਰ ਕਾਮ ਕੋ ਤਿਆਗਨ। ਜਿਹੜਾ 8 ਪ੍ਰਕਾਰ ਦਾ ਕਾਮ ਹੁੰਦਾ ਹੈ ਉਸ ਦਾ ਤਿਆਗ ਕਰਨਾ। ਬ੍ਰਹਮਚਰਜ ਹੋਏ ਇਕ ਲੇਵ ਲਾਗਨ। ਔਰ ਬ੍ਰਹਮਚਰਜ ਦੇ ਵਿੱਚ ਇੱਕ ਲਿਵ ਲਾਵਣੀ ਹੈ। ਸੁਨ ਸ਼੍ਰੀ ਮੁਖ ਤੇ ਧੀਰਜ ਕਹਿ। ਮਹਾਰਾਜ ਜੀ ਕਹਿਣ ਲੱਗੇ ਕੇਸ਼ੋਦਾਸ ਜੀ ਸਾਡੇ ਵੱਲੋਂ ਨਹੀਂ ਕੋਈ ਕਮੀ ਰਹਿਣੀ, ਤੁਸੀਂ ਆਪਣੇ ਵੱਲੋਂ ਜੋ ਵਿਧਾਨ ਹੈ ਉਹ ਕਰੋ। ਅਸੀਂ ਸਰਵ ਪ੍ਰਕਾਰ ਦੇ ਨਾਲ ਜੋ ਤੁਸੀਂ ਕਹਿ ਰਹੇ ਹੋ ਇਹਦੇ 'ਚ ਅਸੀਂ ਸੰਪੰਨ ਹਾਂ, ਇਹਦੇ 'ਚ ਅਸੀਂ ਪੂਰਨ ਹਾਂ। ਤੁਸੀਂ ਆਪਣੇ ਵੱਲੋਂ ਜਿਹੜਾ ਵਿਧੀ ਵਿਧਾਨ ਹੈ ਉਹ ਕਰੋ। ਸੇਵਾ ਲਛ ਦਛਣ ਹਮ ਦਹਿ। ਲੱਖ ਰੁਪਈਆ ਕਹਿੰਦੇ ਹੋ ਤੁਸੀਂ ਦਛਣਾ ਦਾ, ਉਹ ਵੀ ਅਸੀਂ ਦੇ ਦੇਾਂਗੇ ਤੁਹਾਨੂੰ। ਅਪਰ ਕਰਮ ਜੇ ਤਤ ਤੁਮ ਭਨੇ। ਬਾਕੀ ਹੋਰ ਜੋ ਤੁਸੀਂ ਕਹਿ ਰਹੇ ਹੋ ਹਮ ਸੰਚੈ ਕੀਏ ਮਨ ਗੁਣ ਕਨੇ। ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਹੀਆਂ ਨੇ ਅਸੀਂ ਇਕੱਠੀਆਂ ਕਰਵਾ ਦਿੱਤੀਆਂ ਨੇ। ਇਤ ਦਿਸ਼ ਕੀ ਚਿੰਤਾ ਨ ਕਰੀਜੈ। ਮਹਾਰਾਜ ਜੀ ਕਹਿੰਦੇ ਸਾਡੇ ਵੱਲੋਂ ਨਾ ਕੋਈ ਚਿੰਤਾ ਕਰੋ, ਪੰਡਤ ਜੀ ਵੀ ਇਧਰੋਂ ਕੋਈ ਕਮੀ ਰਹਿਣੀ ਹੈ, ਭੇਟਾ ਦੀ ਵੀ ਫਿਕਰ ਨਾ ਕਰੋ, ਵੀ ਤੁਹਾਨੂੰ ਮਿਲ ਜਾਣੀ ਹੈ। ਔਰ ਤੁਸੀਂ ਆਪਣੇ ਵੱਲ ਦਾ ਖਿਆਲ ਕਰੋ, ਕਿਉਂਕਿ ਤੁਸੀਂ ਕੱਲ ਇਹ ਗੱਲ ਕਹੀ ਸੀ ਕਿ ਯੱਗ ਜਿਸ ਨੇ ਕਰਾਉਣਾ ਤੇ ਜਿਸ ਨੇ ਕਰਨਾ ਦੋਵੇਂ ਨਿਪੁੰਨ ਹੋਣੇ ਚਾਹੀਦੇ ਨੇ। ਅਸੀਂ ਕਰਾ ਰਹੇ ਹਾਂ, ਸਾਡੇ ਵੱਲੋਂ ਕੋਈ ਕਮੀ ਨਹੀਂ, ਨਿਸ਼ਚਿੰਤ ਹੋ ਜਾਓ। ਤੁਸੀਂ ਕਰਨਾ, ਹੁਣ ਤੁਸੀਂ ਵੇਖ ਲਓ, ਤੁਸੀਂ ਪੂਰਨ ਹੋ। ਇਹ ਅੰਦਰ ਤੁਸੀਂ ਆਪਣੇ ਸਵੈ ਵਿਸ਼ਲੇਸ਼ਣ ਕਰ ਲਓ ਕਿ ਤੁਸੀਂ ਜਿਹੜੀਆਂ ਚੀਜ਼ਾਂ ਸਾਡੇ ਲਈ ਕਹਿ ਰਹੇ ਹੋ ਕਿ ਇਹਦੇ ਵਿੱਚ ਤੁਸੀਂ ਨਿਪੁੰਨ ਹੋ। ਤੁਸੀਂ ਯੱਗ ਕਰਨਾ, ਤੁਸੀਂ ਹਵਨ ਕਰਨਾ। ਹਾਂਜੀ,
ਸਰਬ ਕਾਜ ਪਰ ਔਰ ਪਰਖੀਜੈ। ਸਰਬ ਪ੍ਰਕਾਰ ਦੇ ਕਾਰਜਾਂ ਵਿੱਚ ਤੁਸੀਂ ਆਪਣੇ ਹਿਰਦੇ ਦੀ ਪਰਖ ਕਰਕੇ ਵੇਖੋ। ਨਿਜ ਕ੍ਰਿਤ ਪਰ ਤੁਮ ਬਨੋ ਸੁਚੇਤ। ਜਿਹੜਾ ਤੁਹਾਡਾ ਕੰਮ ਹੈ ਤੁਸੀਂ ਉਹਦੇ 'ਚ ਸੁਚੇਤ ਹੋ ਕੇ ਰਹੋ। ਕਰੋ ਸਕਲ ਬਿਦਤਨ ਕੇ ਹੇਤ। ਔਰ ਜਿਵੇਂ ਚੰਡੀ ਪ੍ਰਗਟ ਹੋਵੇ ਉਹਦੇ ਲਈ ਜਿਹੜੇ ਸਾਧਨ ਤੁਸੀਂ ਜਾਣਦੇ ਹੋ, ਜਿਹੜੇ ਮੰਤਰ ਤੁਸੀਂ ਜਾਣਦੇ ਹੋ, ਜਿਹੜੇ ਵਿਧੀ ਵਿਧਾਨ ਤੁਸੀਂ ਜਾਣਦੇ ਹੋ ਉਹ ਕਰੋ। ਨੀਕੋ ਦਿਨ ਅਬ ਲਿਓ ਵਿਚਾਰ। ਹੁਣ ਵਿਚਾਰ ਤੁਸੀਂ ਕਰੋ ਕਿ ਕਿਸ ਦਿਨ ਤੁਸੀਂ ਇਹ ਕਾਰਜ ਆਰੰਭ ਕਰਨਾ ਹੈ। ਪ੍ਰਥਮ ਆਰੰਭ ਲਗੇ ਜਬ ਕਾਰ। ਔਰ ਜਦੋਂ ਵੀ ਇਹ ਪ੍ਰਥਮ ਪ੍ਰਾਰੰਭਤਾ ਹੋਵੇ ਕਾਰਜ ਦੇ ਵਿੱਚ ਲੱਗੀਏ। ਹਮਨ ਵਸਤ ਕੀ ਕਮੀ ਨਾ ਕਾਈ। ਕਿਉਂਕਿ ਜਿਹੜੀ ਸਮੱਗਰੀ ਤੁਸੀਂ ਮੰਗਾਈ ਸੀ ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਵੇਗੀ। ਆਨਤ ਰਾਏ ਸਿੱਖ ਸਮੁਦਾਈ। ਜੇ ਕਿਤੇ ਕੱਲ ਨੂੰ ਕੋਈ ਥੋੜੀ ਬਹੁਤੀ ਕਮੀ ਆਉਂਦੀ ਵੀ ਹੈ ਤੁਸੀਂ ਪਹਿਲਾਂ ਦੱਸ ਦੇਣਾ ਵੀ ਇਹ ਸਮੱਗਰੀ ਹੋਰ ਲੱਗਣੀ, ਹੋਰ ਮੰਗਾ ਲਵਾਂਗੇ। ਵੈਸੇ ਜਿੰਨੀ ਤੁਸੀਂ ਲਿਖਾਈ ਸੀ ਉਹਦੇ ਤੋਂ ਦੁੱਗਣੀ ਮੰਗਾ ਲਈ ਹੈ। ਪਰ ਜੇ ਕੱਲ ਨੂੰ ਤੁਹਾਨੂੰ ਏਦਾਂ ਲੱਗੇ ਜੀ ਕੰਮ ਲੇਟ ਹੋ ਰਿਹਾ, ਸਮੱਗਰੀ ਹੋਰ ਚਾਹੀਦੀ ਹੈ, ਤੇ ਪੰਡਤ ਜੀ ਹੋਰ ਮੰਗਾ ਲਿਓ, ਕੋਈ ਗੱਲ ਨਹੀਂ, ਪਰ ਬਹਾਨਾ ਨਾ ਲਾਇਓ ਜੇ ਕੱਲ ਨੂੰ ਕਿ ਗੁਰੂ ਜੀ ਆਹ ਚੀਜ਼ ਜਿਹੜੀ ਸੀ ਉਹ ਘੱਟ ਰਹਿ ਗਈ ਤਾਂ ਦੇਵੀ ਪ੍ਰਗਟ ਨਹੀਂ ਹੋਈ। ਗੁਰੂ ਸਾਹਿਬ ਜੀ ਇਹ ਸਾਰਾ ਕੁਝ ਕਰ ਰਹੇ ਨੇ ਇਸ ਕਰਕੇ ਕਿ ਕੱਲ ਨੂੰ ਕਿਤੇ ਕੇਸ਼ੋਦਾਸ ਬਹਾਨਾ ਨਾ ਲਾਵੇ ਕੋਈ ਜੀ ਇਹ ਚੀਜ਼ ਪੂਰੀ ਨਹੀਂ ਹੋਈ ਤਾਂ ਚੰਡੀ ਪ੍ਰਗਟ ਨਹੀਂ ਹੋਈ। ਇਹਨੂੰ ਕਿਸੇ ਤਰ੍ਹਾਂ ਦੇ ਬਹਾਨੇ ਦਾ ਮੌਕਾ ਨਹੀਂ ਮਹਾਰਾਜ ਜੀ ਦੇਣਾ ਚਾਹੁੰਦੇ। ਇਸ ਕਰਕੇ ਸਤਿਗੁਰੂ ਜੀ ਸੁਚੇਤ ਕਰ ਰਹੇ ਨੇ ਇਸ ਨੂੰ। ਲੱਖ ਉਦਾਰਤਾ ਪ੍ਰਭ ਕੀ ਕਨੀ। ਸਤਿਗੁਰੂ ਜੀ ਦਾ ਉਦਾਰ ਹਿਰਦਾ ਕੇਸ਼ੋਦਾਸ ਨੇ ਵੇਖਿਆ। ਕੇਸ਼ਵ ਆਨੰਦ ਹਿਰਦੈ ਪਰ ਪਨੀ। ਔਰ ਬੜਾ ਖੁਸ਼ ਵੀ ਹੋਇਆ ਵੀ ਲੱਖ ਰੁਪਈਆ ਭੇਟਾ ਤਾਂ ਮਿਲੇਗੀ ਨਾ, ਦੇਵੀ ਪ੍ਰਗਟ ਹੋਵੇ ਨਾ ਹੋਵੇ, ਮੈਂ ਆਪਣੇ ਵੱਲੋਂ ਹਵਨ ਕਰਨਾ, ਭੇਟਾ ਤਾਂ ਮਿਲ ਹੀ ਜਾਣੀਆਂ, ਬਾਅਦ ਚ ਲੱਖ ਰੁਪਈਆ। ਇਸ ਗੱਲ ਦੀ ਇਹਨੂੰ ਬੜੀ ਤਸੱਲੀ ਤੇ ਖੁਸ਼ੀ ਹੋਈ। ਧੰਨ ਗੁਰੂ ਕਲ ਕਲੀ ਮਝਾਰਾ। ਕਹਿਣ ਲੱਗਾ ਗੁਰੂ ਜੀ ਤੁਸੀਂ ਧੰਨ ਹੋ। ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਦੇ ਵਿੱਚ ਇਤਨੀ ਉਦਾਰਤਾ, ਇਤਨਾ ਖੁੱਲਾ ਦਿਲ, ਉਦਾਰ ਚਿਤ ਆਪ ਜੀ ਦਾ ਹੈ, ਇਹ ਕੇਵਲ ਤੁਹਾਨੂੰ ਹੀ ਬਣਾਉਂਦਾ ਹੈ। ਦੇਵ ਆਰਾਧਨ ਉਦਮ ਤਾਰਾ। ਔਰ ਤੁਸੀਂ ਦੇਵੀ ਪ੍ਰਗਟ ਕਰਨ ਵਾਸਤੇ, ਚੰਡੀ ਨੂੰ ਪ੍ਰਗਟ ਕਰਨ ਵਾਸਤੇ ਐਸਾ ਪੁਰਸ਼ਾਰਥ ਕੀਤਾ ਹੈ। ਤੁਰਕ ਤੇਜ ਛੈ ਹਿੰਦੂ ਉਬਾਰੋ। ਤੁਰਕਾਂ ਦਾ ਰਾਜ ਛੈ ਕਰਨ ਲਈ ਔਰ ਸਾਡੇ ਵਰਗੇ ਜਿਹੜੇ ਹਿੰਦੂ ਮਤ ਦੇ ਲੋਕ ਨੇ ਉਹਨਾਂ ਨੂੰ ਉਭਾਰਨ ਲਈ। ਉਹਦੇ ਵਿੱਚ ਹੁਣ ਇਹਦੀ ਮੂਰਖਤਾ ਵੇਖੋ ਕੈਸੀ ਵੀ ਤੇਰੀ ਕੀ ਦੇਣ ਹੋ ਰਹੀ ਹੈ ਜੇ ਗੁਰੂ ਸਾਹਿਬ ਇਹ ਸਭ ਕੁਝ ਇਸ ਲਈ ਕਰ ਰਹੇ ਨੇ। ਤਾਂ ਤੂੰ ਤਾਂ ਇਹ ਜਿਹੜਾ ਯੱਗ ਕਰਨਾ ਬਹਿ ਕੇ ਉੱਥੇ ਤੂੰ ਉਹਦਾ ਵੀ ਲੱਖ ਰੁਪਈਆ ਲੈ ਰਿਹਾ, ਤੇਰੀ ਕੀ ਦੇਣ ਹੈ ਇਹਦੇ ਵਿੱਚ ਬਈ? ਤੂੰ ਇਹਦੇ 'ਚ ਕੀ ਯੋਗਦਾਨ ਪਾ ਰਿਹਾ? ਪਰ ਜਿਵੇਂ ਗੁਰੂ ਸਾਹਿਬ ਜੀ ਲੀਲਾ ਰਚ ਰਹੇ ਨੇ, ਵਿਖਾ ਰਹੇ ਨੇ ਵੀ ਪੰਡਤਾਂ ਦੀ ਬਿਰਤੀ, ਜਿਹੜੇ ਪੰਡਤ ਸਮਾਜ ਵਿੱਚ ਲੋਕਾਂ ਦੇ ਗੁਰੂ ਬਣ ਕੇ ਪੂਜੇ ਜਾਂਦੇ ਸਨ, ਇਹ ਬ੍ਰਾਹਮਣ ਗੁਰੂ ਬਣਾ ਕੇ ਆਪਣੇ ਆਪ ਦੀ ਪੂਜਾ ਕਰਾਉਂਦੇ ਸਨ, ਉਹਨਾਂ ਦੀ ਦਸ਼ਾ ਕੀ ਹੈ? ਉਹਨਾਂ 'ਚ ਕੁਝ ਪੰਡਤਾਂ ਦੀ ਪਹਿਲਾਂ ਵਿਖਾ ਚੁੱਕੇ ਨੇ, ਜਿਹੜੇ 5 ਸ਼ਰਫੀਆਂ ਪਿੱਛੇ ਮਾਸ ਖਾਣ ਨੂੰ ਤਿਆਰ ਹੋ ਗਏ। 5 ਸ਼ਰਫ ਪਿੱਛੇ ਸੁਣੀ ਹੈ ਨਾ ਕਥਾ, ਜਦੋਂ ਪੰਡਤਾਂ ਦੀ ਬ੍ਰਾਹਮਣਾਂ ਦੀ ਪਰਖ ਕੀਤੀ। ਹੁਣ ਉਹ ਇੱਥੇ ਇਹਦੀ ਵੀ ਪਰਖ ਕਰ ਰਹੇ ਨੇ, ਵਿਖਾ ਰਹੇ ਨੇ ਵੀ ਜਿਹੜੇ ਆ ਮੁਖੀਏ ਪੰਡਤ ਨੇ ਲੋਕਾਂ ਵਿੱਚ, ਸਮਾਜ ਵਿੱਚ ਆਪਣਾ ਵੱਡਾ ਕਰਤਾਰ ਬਣਾ ਕੇ ਆਪਣੀ ਪੂਜਾ ਕਰਾਉਣ ਵਾਲੇ, ਵੇਖੋ ਕਿੰਨੀ ਕੁ ਬਿਰਤੀ ਦੇ ਮਾਲਕ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਰੀ ਲੀਲਾ ਰਚ ਰਹੇ ਨੇ। ਚੰਡੀ ਗੁਰਦੇਵ ਆਪ ਹੀ ਪ੍ਰਗਟ ਕਰਨੀ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹਦੇ 'ਚ ਕੇਸ਼ੋਦਾਸ ਦੀ ਸਹਾਇਤਾ ਦੀ ਲੋੜ ਨਹੀਂ ਹੈ ਕਲਗੀਧਰ ਜੀ ਨੂੰ। ਜਿਹੜੀ ਚੰਡੀ ਗੁਰਦੇਵ ਨੇ ਪ੍ਰਗਟ ਕਰਨੀ ਹੈ ਉਹ ਕੇਸ਼ੋਦਾਸ ਦੀ ਚੰਡੀ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਰੱਖਦੀ ਹੈ। ਕੇਸ਼ੋਦਾਸ ਜਿਸ ਨੂੰ ਚੰਡੀ ਕਹਿੰਦਾ ਉਹ ਉਸ ਦੀ ਕਾਲਕਾ ਵਾਲੀ ਰੂਪ ਮੂਰਤੀ ਬਣਾਉਂਦਾ ਕਿ ਉਹਦੇ ਹੱਥ 'ਚ ਖੱਪਰ ਫੜੇ ਹੋਏ ਨੇ, ਉਹਦੀ ਜੀਭ ਬਾਹਰ ਨਿਕਲੀ ਹੋਈ ਹੈ, ਉਹ ਇਦਾਂ ਦੀ ਬਣਾਉਂਦਾ, ਜਾਂ ਉਹਨੂੰ ਸ਼ੇਰ ਦੀ ਸਵਾਰੀ ਵਾਲੀ ਵਿਖਾਉਂਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਿਸ ਚੰਡੀ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ ਉਹ ਚੰਡੀ ਅਕਾਲ ਪੁਰਖ ਦੀ ਆਦਿ ਸ਼ਕਤੀ ਹੈ, ਪ੍ਰਮਾਤਮਾ ਦੀ, ਜਿਹੜੀ ਪੂਰੇ ਵਿਸ਼ਵ ਨੂੰ ਪੈਦਾ ਕਰਦੀ ਹੈ, ਸੰਸਾਰ ਨੂੰ ਬਣਾਉਂਦੀ ਹੈ, ਪੂਰੇ ਬ੍ਰਹਿਮੰਡ ਨੂੰ ਬਣਾਉਂਦੀ ਹੈ, ਪੂਰੇ ਸੰਸਾਰ ਦੀ ਉਤਪਤੀ ਕਰਦੀ ਹੈ।
ਸਤਿਗੁਰੂ ਜੀ ਉਸ ਚੰਡੀ ਦੀ ਪੂਜਾ ਵਿੱਚ ਉਹਨੂੰ ਭਗਉਤੀ ਰੂਪ ਦੇ ਵਿੱਚ ਮਹਾਰਾਜ ਜੀ ਨੇ ਆਰਾਧਿਆ, ਜੋ ਸੰਸਾਰ ਦੀ ਉਤਪਤੀ ਕਰਦੀ ਹੈ, ਪਾਲਣਾ ਵੀ ਕਰਦੀ ਹੈ, ਸੰਘਾਰ ਵੀ ਕਰਦੀ ਹੈ। ਇਹਨਾਂ ਨੇ ਜੋ ਚੰਡੀ ਦਾ ਰੂਪ ਕਲਪਿਆ ਹੋਇਆ ਉਸ ਆਦਿ ਸ਼ਕਤੀ ਦਾ, ਗੁਰਦੇਵ ਉਸ ਆਦਿ ਸ਼ਕਤੀ ਦੇ ਪੁਜਾਰੀ ਨਹੀਂ ਹਨ, ਜਿਸ ਨੂੰ ਇਹ ਮੰਨਦੇ ਨੇ, ਜਿਸ ਨੂੰ ਇਹ ਜਾਣਦੇ ਨੇ। ਇਹ ਜਦੋਂ ਗਾ ਰਹੇ ਹੁੰਦੇ ਨੇ ਬੜੀ ਹੈਰਾਨੀ ਹੁੰਦੀ ਹੈ ਕਿ ਮਾਂ ਮੈਂ ਚਾਂਦੀ ਦੇ ਗੜਵੇ ਦੇ ਵਿੱਚ ਪਾ ਕੇ ਪਾਣੀ ਤੈਨੂੰ ਇਸ਼ਨਾਨ ਕਰਾਵਾਂ, ਏਦਾਂ ਦੀਆਂ ਉਹ ਗਾਉਂਦੇ ਨਹੀਂ ਹਨ ਇਹ ਕਿ ਮਾਂ ਮੈਂ ਤੈਨੂੰ ਚਾਂਦੀ ਦੇ ਗੜਵੇ ਵਿੱਚ ਪਾ ਕੇ ਪਾਣੀ ਨਵਾਵਾਂ। ਕਦੇ ਪੁੱਤਰ ਵੀ ਮਾਂ ਦਾ ਇਸ਼ਨਾਨ ਕਰਾਉਂਦਾ ਉਸ ਨੂੰ ਨਗਨ ਹਾਲਤ ਵਿੱਚ ਵੇਖ ਕੇ? ਹਾਲਾਂਕਿ ਅਤੀ ਉਕਤੀਆਂ ਹਨ। ਫਿਰ ਜੇ ਉਹਨੂੰ ਕਹਿੰਦੇ ਨੇ ਆਦਿ ਸ਼ਕਤੀ ਆ, ਪੂਰੇ ਸੰਸਾਰ ਨੂੰ ਬਣਾਉਣ ਵਾਲੀ ਆ ਉਹ ਪਰਮਾਤਮਾ ਦੀ ਸ਼ਕਤੀ, ਕਿ ਉਸ ਨੂੰ ਇੱਕ ਤੁੱਛ ਜਿਹਾ ਬੰਦਾ ਇਸ਼ਨਾਨ ਕਰਾ ਸਕਦਾ? ਤੁੱਛ ਜਿਹਾ ਜੀਵ, ਜਿਹੜੀ ਸ਼ਕਤੀ ਆਦਿ ਸ਼ਕਤੀ ਪੂਰੇ ਜਗਤ ਨੂੰ ਪੈਦਾ ਕਰ ਰਹੀ ਹੈ, ਪੂਰੇ ਬ੍ਰਹਿਮੰਡ ਨੂੰ ਪੈਦਾ ਕਰ ਰਹੀ ਹੈ, ਕਿ ਉਸ ਆਦਿ ਸ਼ਕਤੀ ਨੂੰ ਇੱਕ ਛੋਟਾ ਜਿਹਾ ਬੰਦਾ ਉਹ ਚਾਂਦੀ ਜਾਂ ਸੋਨੇ ਦੇ ਜਾਂ ਕਿਸੇ ਗੜਵੇ ਦੇ ਵਿੱਚ ਪਾਣੀ ਪਾ ਕੇ ਇਸ਼ਨਾਨ ਕਰਾ ਸਕਦਾ? ਨਹੀਂ ਕਰਾ ਸਕਦਾ। ਉਹ ਤਾਂ ਵਿਆਪਕ ਹੈ, ਨਾਲੇ ਉਹ ਆਕਾਰ ਵਾਲੀ ਵੀ ਨਹੀਂ, ਨਿਰਾਕਾਰ ਰੂਪ ਦੇ ਵਿੱਚ ਆ। ਇਸ਼ਨਾਨ ਕੈਸੇ ਹੋਵੇਗਾ ਦਿਸਦਾ? ਕਲਗੀਧਰ ਜੀ ਉਸ ਸ਼ਕਤੀ ਨੂੰ ਆਰਾਧਦੇ ਨੇ ਜੋ ਨਿਰਾਕਾਰ ਹੈ, ਔਰ ਉਹ ਪਰਮਾਤਮਾ ਦੀ, ਜੈਸੇ ਅਗਨੀ ਔਰ ਅਗਨੀ ਦਾ ਤੇਜ, ਅਗਨੀ ਦੇ ਅੱਗ ਜਿਹੜੀ ਹੁੰਦੀ, ਅੱਗ ਦਾ ਜਿਹੜਾ ਤੇਜ ਹੁੰਦਾ ਅੱਗ ਤੋਂ ਵੱਖਰਾ ਤੇ ਨਹੀਂ ਹੁੰਦਾ, ਉਹ ਤੇਜ ਅੱਗ ਦਾ ਹੀ ਹੁੰਦਾ ਨਾ। ਅਕਾਲ ਪੁਰਖ ਤੇ ਅਕਾਲ ਪੁਰਖ ਦਾ ਜਿਹੜਾ, ਇਸ ਤਰ੍ਹਾਂ ਕਹਿ ਲਈ, ਅਕਾਲ ਪੁਰਖ ਅਗਨੀ ਹੈ ਔਰ ਉਹਦੀ ਜਿਹੜੀ ਸ਼ਕਤੀ ਉਹਦਾ ਤੇਜ ਹੈ, ਉਹ ਤੇਜ ਉਸ ਤੋਂ ਵੱਖਰਾ ਨਹੀਂ ਹੈ। ਉਸੇ ਤੇਜ ਸਹਿਤ ਅਕਾਲ ਪੁਰਖ ਜਗਤ ਦੀ ਰਚਨਾ ਕਰਦਾ ਹੈ, ਆਪਣੇ ਉਸ ਤੇਜ ਦੇ ਸਹਿਤ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਪੂਰੇ ਸੰਸਾਰ ਦੀ ਰਚਨਾ ਕਰਦਾ ਹੈ। ਉਹਨੂੰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ, ਸ਼ਿਵ ਸ਼ਕਤ ਆਪ ਉਪਾਏ ਕੈ ਕਰਤਾ, ਆਪੇ ਹੁਕਮ ਵਰਤਾਏ। ਸ਼ਿਵ ਨਾਮ ਕਲਿਆਣਕਾਰੀ ਵਾਹਿਗੁਰੂ ਪਰਮੇਸ਼ਰ ਨੇ, ਉਹ ਆਪਣੀ ਸ਼ਕਤੀ ਨੂੰ ਪੈਦਾ ਕਰਕੇ ਆਪਣੇ ਵਿੱਚੋਂ, ਉਹਦੀ ਸ਼ਕਤੀ ਉਹਦੇ ਤੋਂ ਵੱਖਰੀ ਨਹੀਂ ਹੈ, ਉਹ ਜਗਤ ਦੀ ਰਚਨਾ ਕਰਦੀ ਹੈ, ਸ੍ਰਿਸ਼ਟੀ ਦੀ ਰਚਨਾ ਕਰਾਉਂਦਾ ਹੈ। ਪਰ ਕੇਸ਼ੋਦਾਸ ਜਿਸ ਦੇਵੀ ਨੂੰ ਜਾਣਦਾ ਹੈ ਉਹ ਤਾਂ ਰੂਪਮਾਨ ਉਸ ਦੇਵੀ ਨੂੰ ਸਮਝਦਾ ਹੈ। ਕਲਗੀਧਰ ਜਿਸ ਚੰਡੀ ਨੂੰ ਜਾਣਦੇ ਨੇ ਉਹ ਚੰਡੀ ਸ਼ਕਤੀ ਰੂਪ ਦੇ ਵਿੱਚ ਵੀ ਹੈ, ਔਰ ਉਹ ਚੰਡੀ ਨੇ ਜੰਗ ਯੁੱਧ ਦੇ ਮੈਦਾਨ ਵਿੱਚ ਆ ਕਰਕੇ ਗਰਜਣਾ ਹੈ, ਭਗਉਤੀ ਦੇ ਰੂਪ ਵਿੱਚ, ਤਲਵਾਰ ਦੇ ਰੂਪ ਦੇ ਵਿੱਚ ਖੜਕਣਾ ਹੈ, ਔਰ ਵੈਰੀਆਂ ਦਾ ਜੰਗ ਦੇ ਮੈਦਾਨ ਦੇ ਵਿੱਚ ਨਾਸ਼ ਕਰਨਾ ਹੈ। ਉਸੇ ਚੰਡੀ ਨੂੰ ਗੁਰਦੇਵ ਨਮਸਕਾਰ ਕਰਦਿਆਂ ਕਹਿੰਦੇ ਨੇ, ਨਮੋ ਸ਼੍ਰੀ ਭਗਉਤੀ, ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਏਕ ਤੇ ਦਵਾ ਸੁਭਟਾ ਹਾਥ ਸੋਹੀ। ਨਮੋ ਸ਼੍ਰੀ ਭਗਉਤੀ, ਭਗਉਤੀ ਕਹਿੰਦੇ ਤਲਵਾਰ ਨੂੰ, ਇਸ ਭਗਉਤੀ ਨੂੰ, ਇਸ ਤਲਵਾਰ ਨੂੰ ਮੇਰੀ ਨਮਸਕਾਰ ਹੈ। ਕਿਉਂ ਨਮਸਕਾਰ ਹੈ? ਕਰੇ ਏਕ ਤੇ ਦਵਾ, ਇੱਕ ਤੋਂ ਦੋ ਕਰ ਦਿੰਦੀ ਹੈ। ਜਦੋਂ ਚੱਲਦੀ ਹੈ ਜੰਗ ਦੇ ਮੈਦਾਨ 'ਚ, ਕਿਸੇ ਵੈਰੀ ਨੂੰ ਮਾਰੀ ਜਾਂਦੀ ਹੈ, ਉਸ ਵੈਰੀ ਨੂੰ ਇੱਕ ਚੋਂ ਦੋ ਕਰ ਦਿੰਦੀ ਹੈ ਪਾੜ ਕੇ, ਸੂਰਮਿਆਂ ਦੇ ਹੱਥਾਂ 'ਚ ਸੋਭਦੀ ਹੈ। ਪਰਮਾਤਮਾ ਦੀ ਜਿਹੜੀ ਆਦਿ ਸ਼ਕਤੀ ਹੈ ਉਹ ਵੀ ਪਰਮਾਤਮਾ ਦੇ ਸਮਿਲਿਤ ਭਾਵ ਦੇ ਨਾਲ ਜਦੋਂ ਚੱਲਦੀ ਹੈ ਤੇ ਉਹ ਵੀ ਫਿਰ ਪਰਮਾਤਮਾ ਤੋਂ ਇੱਕ ਤੋਂ ਅਨੇਕ ਰੂਪ ਬਣਾ ਦਿੰਦੀ ਹੈ ਸੰਸਾਰ ਨੂੰ। ਸੰਸਾਰ ਦੀ ਉਤਪਤੀ ਹੁੰਦੀ ਹੈ ਨਾ, ਪਰਮਾਤਮਾ ਇੱਕ ਰੂਪ ਹੈ ਔਰ ਉਹਦੀ ਜਿਹੜੀ ਸ਼ਕਤੀ, ਉਹਦਾ ਸੁਮੇਲ ਪ੍ਰਾਪਤ ਕਰਕੇ ਇਸ ਜਗਤ ਦੀ, ਇਸ ਸ੍ਰਿਸ਼ਟੀ ਦੀ ਰਚਨਾ ਕਰ ਦਿੰਦੀ ਹੈ। ਜਿਹੜੀਆਂ ਛੋਟੀਆਂ ਦੇਵੀਆਂ ਨੇ ਆਕਾਰ ਰੂਪ ਦੇ ਵਿੱਚ, ਐਸੀਆਂ ਤਾਂ ਕਰੋੜਾਂ ਹੀ ਮੇਰੇ ਸਾਹਿਬ ਦੇ ਚਰਨਾਂ ਵਿੱਚ ਰਹਿੰਦੀਆਂ ਨੇ। ਸਾਹਿਬ ਜਿਸ ਸ਼ਕਤੀ ਦੀ ਆਰਾਧਨਾ ਕਰ ਰਹੇ ਨੇ ਉਹ ਸ਼ਕਤੀ ਨਿਰਾਕਾਰ ਸਰੂਪ ਦੇ ਵਿੱਚ ਹਰ ਥਾਂ ਤੇ ਵਿਆਪਕ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕੁਦਰਤ ਕਵਣ ਕਹਾ ਵਿਚਾਰ, ਹੈ ਵਾਹਿਗੁਰੂ ਕੁਦਰਤ ਨਾਮ ਹੈ ਸ਼ਕਤੀ ਦਾ, ਤੇਰੀ ਜਿਹੜੀ ਸ਼ਕਤੀ ਹੈ ਮੈਂ ਉਹਦੇ ਬਾਰੇ ਕੀ ਵਿਚਾਰ ਕਹਾਂ, ਮੈਂ ਇੱਕ ਵਾਰੀ ਵੀ ਉਹਦੇ ਤੋਂ ਵਾਰਿਆ ਨਹੀਂ ਜਾ ਸਕਦਾ। ਵਾਰਿਆ ਨਾ ਜਾਵਾ ਏਕ ਵਾਰ, ਇੰਨੀ ਵਿਆਪਕ ਹੈ ਉਹ ਤੇਰੀ ਸ਼ਕਤੀ,
ਗੁਰੂ ਨਾਨਕ ਸਾਹਿਬ ਜਿਸ ਸ਼ਕਤੀ ਦੀ ਗੱਲ ਇੱਥੇ ਕਰ ਰਹੇ ਨੇ, ਕੁਦਰਤ ਕਵਣ ਕਹਾ ਵਿਚਾਰ, ਹੈ ਵਾਹਿਗੁਰੂ। ਕੁਦਰਤ ਨਾਮ ਹੈ ਸ਼ਕਤੀ ਦਾ। ਇੱਕ ਕੁਦਰਤਾ ਵੀ ਪ੍ਰਮਾਤਮਾ ਦੀ ਸ਼ਕਤੀ ਦਾ ਇੱਕ ਪ੍ਰਕਾਰ ਹੈ। ਇੱਕ ਪ੍ਰਮਾਤਮਾ ਦੀ ਸ਼ਕਤੀ ਪ੍ਰਮਾਤਮਾ ਤੋਂ ਅਲੱਗ ਨਹੀਂ ਹੈ, ਵੱਖਰੀ ਨਹੀਂ ਹੈ। ਸੋ ਉਸ ਨੂੰ ਮਹਾਰਾਜ ਜੀ ਆਰਾਧ ਰਹੇ ਨੇ, ਔਰ ਉਹੀ ਸ਼ਕਤੀ ਆਪਣੇ ਪੰਥ ਦੇ ਵਿੱਚ ਮਹਾਰਾਜ ਜੀ ਨੇ ਸੰਚਰਿਤ ਕਰਨੀ ਹੈ। ਉਹੀ ਸ਼ਕਤੀ ਆਪਣੇ ਪੰਥ ਦੇ ਵਿੱਚ ਪ੍ਰਵੇਸ਼ ਕਰਾਉਣੀ ਹੈ। ਕੇਸ਼ੋਦਾਸ ਜਿਸ ਸ਼ਕਤੀ ਨੂੰ ਜਾਣਦਾ ਉਹ ਹੋਰ ਹੈ। ਉਹ ਕੇਵਲ ਰੂਪਮਾਨ ਹੈ, ਉਹ ਕੇਵਲ ਮੂਰਤੀਮਾਨ ਹੈ, ਜੋ ਉਹਨਾਂ ਦੇ ਦਾਇਰੇ ਵਿੱਚ, ਉਹਨਾਂ ਦੀ ਸੁਰਤ ਵਿੱਚ ਆਉਂਦੀ ਹੈ। ਖੈਰ ਕਹਿਣ ਲੱਗਾ ਜੀ, ਤੁਰਕ ਤੇਜ ਛੈ ਹਿੰਦ ਉਭਾਰਨ, ਤੁਸੀਂ ਤੁਰਕਾਂ ਦਾ, ਮਲੇਛਾਂ ਦਾ ਨਾਸ਼ ਕਰਕੇ ਸਾਡੇ ਵਰਗੇ ਜਿਹੜੇ ਹਿੰਦੂ ਲੋਕ ਨੇ ਉਹਨਾਂ ਦੇ ਧਰਮ ਨੂੰ ਉਭਾਰਨ ਵਾਲੇ ਹੋ। ਕਰੋ ਕ੍ਰਿਤੀ ਉਪਕਾਰ ਕੇ ਕਾਰਨ, ਤੁਸੀਂ ਜੋ ਵੀ ਕ੍ਰਿਤ ਕਰ ਰਹੇ ਹੋ ਕੇਵਲ ਉਪਕਾਰ ਕਰਨ ਲਈ ਕਰ ਰਹੇ ਹੋ। ਨਿਸ ਦਿਨ ਰਹਿਬੋ ਬਨੇ ਸੁਚੇਤ, ਨਿਸ ਦਿਨ ਰਾਤ ਦਿਨ ਤੁਹਾਨੂੰ ਸੁਚੇਤ ਹੋ ਕੇ ਰਹਿਣਾ ਪੈਣਾ। ਮਮ ਕਹਿਨੋ ਸਭ ਤੁਮਰੇ ਹੇਤ, ਮਹਾਰਾਜ ਜੀ ਜੋ ਮੈਂ ਕਹਾਂਗਾ ਉਹਦੇ ਮੁਤਾਬਕ ਸਭ ਕੁਝ ਹੋਣਾ ਚਾਹੀਦਾ। ਅਲਪ ਆਹਾਰ ਕ੍ਰਿਤ ਤਿਲ ਕੇਰਾ, ਮਹਾਰਾਜ ਆਪ ਜੀ ਨੂੰ ਭੋਜਨ ਥੋੜਾ ਕਰਨਾ ਪੈਣਾ। ਮਹਾਰਾਜ ਜੀ ਕਹਿੰਦੇ ਉਹ ਤਾਂ ਅਸੀਂ ਪਹਿਲਾਂ ਹੀ ਅਲਪ ਆਹਾਰ ਸੁਲਪ ਸੇ ਨਿੰਦਰਾ ਦਇਆ ਛਬਾ ਤਨ ਪ੍ਰੀਤ। ਪੰਡਤ ਕਹਿਣ ਲੱਗਾ ਜੀ ਖਾਣਾ ਥੋੜਾ, ਸੌਣਾ ਵੀ ਥੋੜਾ। ਮਹਾਰਾਜ ਜੀ ਕਹਿੰਦੇ ਪੰਡਤ ਜੀ ਉਹ ਤਾਂ ਪਹਿਲਾਂ ਹੀ ਸਾਡੇ ਕੋਲ ਗੁਰੂ ਨਾਨਕ ਸਾਹਿਬ ਦੀ ਦਿੱਤੀ ਹੋਈ ਦਾਤ ਹੈ, ਉਹਨਾਂ ਦੇ ਵੇਲੇ ਤੋਂ ਹੀ ਚੱਲ ਰਹੀ ਹੈ। ਖੰਡਤ ਨਿੰਦਰਾ ਅਲਪ ਆਹਾਰੰ ਉਹ ਚੱਲ ਰਹੀ ਹੈ। ਅਲਸਾਵੋ ਨੇ ਜਾਗ ਕਨੇਰਾ, ਕਹਿਣ ਲੱਗੇ ਜੀ ਜਾਗਣਾ ਬਹੁਤਾ ਹੈ ਤੇ ਨਿੰਦਰਾ ਵਸ ਨਹੀਂ ਹੋਣਾ। ਮਹਾਰਾਜ ਜੀ ਦੇ ਲਾਗੇ ਸਿੱਖ ਬੈਠੇ, ਕਹਿਣ ਲੱਗੇ ਪੰਡਤ ਜੀ ਜੇ ਕਲਗੀਧਰ ਜੀ ਸੌਂ ਗਏ ਤੇ ਸਾਰਾ ਜਗਤ ਹੀ ਸੌਂ ਜਾਣਾ, ਸ੍ਰਿਸ਼ਟੀ ਸੌਂ ਜਾਣੀ ਹੈ ਸਾਰੀ। ਇਹ ਤਾਂ ਸਦਾ ਹੀ ਜਾਗਦੇ ਨੇ, ਸਤਿਗੁਰ ਜਾਗਤਾ ਹੈ ਦਿਓ। ਇੱਥੇ ਕਿੱਥੇ ਆਲਸ, ਇੱਥੇ ਕਿੱਥੇ ਨਿੰਦਰਾ, ਇੱਥੇ ਨਾ ਆਲਸ ਹੈ ਨਾ ਨਿੰਦਰਾ ਹੈ। ਇਮ ਕੈ ਪਤਰਾ ਵਿਪਰ ਨਿਕਾਰਾ, ਤੋ ਪੰਡਤ ਜੀ ਦੇ ਕੋਲ ਜਿਹੜਾ ਪੱਤਰਾ ਹੁੰਦਾ ਉਹ ਦਿਨ ਬਹਾਰ ਵੇਖਣ ਵਾਲੇ ਨੇ ਕੱਢਿਆ। ਭਲੋ ਮਹੂਰਤ ਹੀਰ ਵਿਚਾਰਾ, ਇਹਨੇ ਭਲਾ ਮਹੂਰਤ ਵੇਖਿਆ। ਮਾਸ ਮੇਖਵਾ ਪੂਰਨਮਾਸ਼ੀ, ਕਹਿਣ ਲੱਗਾ ਜੀ ਮੇਖ ਦੇ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ। ਉਖ ਨਛਤਰ ਨੰਦਾ ਥਿਤ ਪਾਸੀ, ਪੁਸ਼ ਨਛਤਰ ਹੈ, ਨੰਦਾ ਗ੍ਰਹਿ ਹੈ ਗੁਰਵਾਰ ਗੁਰੂ ਸਮ ਜਾਨੋ, ਔਰ ਉਸ ਦਿਨ ਗੁਰੂਵਾਰ ਹੈ, ਵੀਰਵਾਰ ਦਾ ਦਿਨ ਹੈ। ਇਹ ਵੀ ਸਮਝ ਲਓ ਵੀ ਬੜਾ ਪਵਿੱਤਰ ਹੈ। ਪ੍ਰਥਮ ਆਰੰਭ ਤਿਸੀ ਦਿਨ ਠਾਨੋ, ਜੀ ਅਸੀਂ ਉਸੇ ਦਿਨ ਹੀ ਇਹ ਪ੍ਰਾਰੰਭ ਕਰਾਂਗੇ ਕੰਮ। ਇਹ ਪ੍ਰਥਮ ਪ੍ਰਾਰੰਭ ਦੇਵੀ ਪ੍ਰਗਟ ਕਰਨ ਦਾ ਉਸੇ ਦਿਨ ਹੀ ਕਰਾਂਗੇ। ਰਹੇ ਕਿਤਕ ਦਿਨ ਕੀ ਜੈ ਤਿਆਰੀ, ਕਹਿਣ ਲੱਗਾ ਜੀ ਕੋਈ ਦਿਨ ਰਹਿ ਗਏ ਨੇ, ਹੁਣ ਤਿਆਰੀ ਕਰ ਲਵੋ। ਥਲ ਇਕਾਂਤ ਕੋ ਲਿਓ ਵਿਚਾਰੀ, ਕੋਈ ਇਕਾਂਤ ਵਾਲੀ ਜਗ੍ਹਾ ਹੋਵੇ ਜਿੱਥੇ ਕਿਸੇ ਦਾ ਆਵਣ ਜਾਣ ਨਾ ਹੋਵੇ। ਸੋ ਸੁਧਰਾਏ ਸੋਜ ਤਰਵਾਵੋ, ਉਹ ਜਗ੍ਹਾ ਇਕਾਂਤ ਵਿੱਚ ਸਾਫ਼ ਸੁਥਰੀ ਕਰਾ ਕੇ ਸਾਰੀ ਸਮੱਗਰੀ ਉੱਥੇ ਰਖਾ ਦਿੱਤੀ ਜਾਵੇ। ਪਾਵਨ ਥਾਨ ਜੋ ਮੋਹਿ ਬਤਾਵੋ, ਤੇ ਜੇ ਕੋਈ ਪਵਿੱਤਰ ਥਾਂ ਹੋਵੇ ਸਾਫ਼ ਸੁਥਰੀ ਉਹ ਮੈਨੂੰ ਦੱਸੋ। ਸੁਨ ਦਿਜ ਤੇ ਸਤਿਗੁਰੂ ਵਿਚਾਰਾ, ਜਦੋਂ ਕੇਸ਼ੋਦਾਸ ਨੇ ਕਿਹਾ ਮਹਾਰਾਜ ਜੀ ਨੇ ਉਸ ਵਕਤ ਗਿਰ ਪਰ ਥਾਨ ਪ੍ਰਸੰਗ ਉਚਾਰਾ, ਗੁਰਦੇਵ ਜੀ ਨੇ ਆਖਿਆ ਵੀ ਇੱਥੇ ਇੱਕ ਪਵਿੱਤਰ ਥਾਂ ਕਹੀ ਜਾਂਦੀ ਹੈ ਲੋਕਾਂ ਵੱਲੋਂ। ਇੱਥੋਂ ਦੇ ਇਲਾਕੇ ਦੇ ਲੋਕ ਕਹਿੰਦੇ ਨੇ ਵੀ ਉਹ ਬੜੀ ਪਵਿੱਤਰ ਥਾਂ, ਉਹ ਸਾਹਮਣੇ ਪਹਾੜੀ ਦੇ ਉੱਤੇ ਕੁਚਕ ਸੈਲ ਪਰ ਰਾਹ ਕਰੈ, ਇੱਥੇ ਨਾਲ ਪਹਾੜ ਦੇ ਉੱਤੇ ਕੁਝ ਜ਼ਿਮੀਂਦਾਰ ਰਹਿੰਦੇ ਹਨ। ਫਿਰ ਤੈ ਪਸ਼ੂ ਚਰਾਵਤ ਹੈ, ਉਹਨਾਂ ਵਿੱਚੋਂ ਇੱਕ ਜ਼ਿਮੀਂਦਾਰ ਕਿਤੇ ਕੁਝ ਦਿਨ ਸਮਾਂ ਪਹਿਲਾਂ ਜੋ ਇੱਥੋਂ ਦੀ, ਕਿਉਂਕਿ ਜਿਹੜਾ ਨੈਣਾ ਦੇਵੀ ਦਾ ਅਸਥਾਨ ਹੈ, ਨੈਣਾ ਦਾ ਟਿੱਲਾ ਇਹਨੂੰ ਕਹਿੰਦੇ ਆ, ਗੁਰਦੇਵ ਉਹਦੇ ਬਾਰੇ ਦੱਸ ਰਹੇ ਨੇ ਕਿ ਪੰਡਤ ਜੀ ਇੱਥੋਂ ਦੇ ਲੋਕ ਕਹਿੰਦੇ ਆ ਵੀ ਉਹ ਪਵਿੱਤਰ ਥਾਂ ਹੈ। ਤੇ ਉਹਨਾਂ ਨੇ ਜੋ ਇੱਥੇ ਦੀ ਮਾਨਯਤਾ ਬਣਾਈ ਹੋਈ ਹੈ ਉਹ ਇਸ ਢੰਗ ਨਾਲ ਬਣਾਈ ਹੋਈ ਹੈ। ਵੈਸੇ ਨੈਣਾ ਦੇਵੀ ਕਈ ਇਹ ਕਹਿਣ ਲੱਗ ਪਏ ਵੀ ਇੱਥੇ ਜਦੋਂ ਸ਼ਕਤੀ ਸੜੀ ਸੀ ਪਾਰਵਤੀ ਤੇ ਉਹਦੇ ਨੈਣ ਇੱਥੇ ਡਿੱਗੇ ਸਨ।
ਜਿੱਥੇ ਜਿੱਥੇ ਉਹਦੇ ਅੰਗ ਡਿੱਗੇ, ਪੱਗ ਡਿੱਗੀ, ਉੱਥੇ ਕਮੱਖਿਆ ਦਾ ਮੰਦਿਰ ਬਣ ਗਿਆ, ਜਿੱਥੇ ਨੈਣ ਡਿੱਗੇ ਉੱਥੇ ਨੈਣਾ ਦੇਵੀ ਦਾ। ਪਰ ਇਹ ਉਹ ਜਗ੍ਹਾ ਨਹੀਂ ਨੈਣਾ ਦੇਵੀ। ਯੂਪੀ ਦੇ ਵਿੱਚ ਇੱਕ ਜਗ੍ਹਾ ਹੈ ਨੈਨੀਤਾਲ, ਉੱਥੇ ਉਹ ਜਗ੍ਹਾ ਅਸਲੀ ਥਾਂ। ਇਹ ਤਾਂ ਨੈਣੇ ਦਾ ਟਿੱਲਾ ਸੀ, ਉਹ ਨੈਣਾ ਜੱਟ ਸੀ ਜ਼ਿਮੀਂਦਾਰ, ਜਿਹਦੇ ਨਾਂ ਦੇ ਉੱਤੇ ਜਗ੍ਹਾ ਪ੍ਰਸਿੱਧ ਹੋ ਗਈ। ਨੈਣੇ ਦੇ ਟਿੱਲੇ ਤੋਂ ਹੌਲੇ ਹੌਲੇ ਕਰਕੇ ਇਸ ਜਗ੍ਹਾ ਦਾ ਨਾਮ ਪੈ ਗਿਆ ਨੈਣਾ ਦੇਵੀ। ਤੋ ਗੁਰੂ ਸਾਹਿਬ ਜੀ ਦੱਸ ਰਹੇ ਨੇ, ਇਹਦਾ ਜਿਹੜਾ ਵੇਰਵਾ ਗੁਰਦੇਵ ਨੇ ਆਪਣੀ ਬਾਣੀ 'ਚ ਵੀ ਦਿੱਤਾ ਨੈਣੇ ਦੇ ਟਿੱਲੇ ਦਾ। ਗੁਰਦੇਵ ਨੈਣਾ ਦੇਵੀ ਦੇ ਇਸ ਟਿੱਲੇ ਨੂੰ ਲਿਖਦੇ ਆ, ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ ਰਗਭਰ ਕਥਾ ਪ੍ਰਸੰਗ। ਉਹ ਮਹਾਰਾਜ ਜੀ ਨੇ ਸਾਰਾ ਵੇਰਵਾ ਦਿੱਤਾ ਹੋਇਆ। ਨੇਤਰ ਤੁੰਗ ਇਹਨੂੰ ਕਿਹਾ, ਨੇਤਰ ਤੁੰਗ ਨੈਣੇ ਦਾ ਟਿੱਲਾ, ਜਾਂ ਇਸ ਤਰ੍ਹਾਂ ਕਹਿ ਲਈਏ ਨੈਣਾ ਦੇਵੀ ਦਾ ਟਿੱਲਾ। ਮਹਾਰਾਜ ਜੀ ਕਹਿੰਦੇ ਇੱਥੇ ਕੁਝ ਜ਼ਿਮੀਂਦਾਰ ਰਹਿੰਦੇ ਸਨ, ਉਹਨਾਂ ਵਿੱਚੋਂ ਕਿਤੇ ਇੱਕ ਜ਼ਿਮੀਂਦਾਰ ਆਪਣੀਆਂ ਗਾਵਾਂ ਤੇ ਮੱਝਾਂ ਚਾਰਦਾ ਹੋਇਆ। ਏਕ ਤੇਨ ਸੁੰਦਰ ਸਰਬੰਗ, ਇੱਕ ਗਊ ਬੜੀ ਸੁੰਦਰ ਸੀ, ਦੁੱਧ ਦੇਣ ਵਾਲੀ, ਬੜੀ ਉਪਯੋਗੀ ਸੀ। ਪਾਵਨ ਬਹੁ ਕਪਲਾ ਤਿਸ ਰੰਗ, ਉਹ ਕਪਲਾ ਗਊ ਸੀ, ਥੋੜਾ ਜਿਹਾ ਕਾਲਾ ਰੰਗ ਸੀ, ਤੇ ਉਹਨੂੰ ਬੜੀ ਕਪਲਾ ਗਊ ਜਿਹੜੀ ਹੁੰਦੀ ਹੈ, ਹਿੰਦੂ ਲੋਕ ਉਹਨੂੰ ਪਵਿੱਤਰ ਮੰਨਦੇ ਨੇ। ਹਰਤ ਹਰਤ ਤ੍ਰਿਣ ਚਰਤ ਉਚੇਰੇ, ਘਾਹ ਚਰਦੀ ਚਰਦੀ ਹਰੇ ਹਰੇ ਰੰਗ ਦਾ, ਕਾਫੀ ਉੱਚੇ ਤੱਕ ਉਹ ਜਿਹੜਾ ਸਾਹਮਣੇ ਟਿੱਲਾ ਦਿਸਦਾ ਹੈ ਉੱਥੇ ਤੱਕ ਚਲੀ ਗਈ। ਗਿਰ ਕੇ ਸਿਖਰ ਜਾਏ ਇੱਕ ਬੇਰੇ, ਉਹ ਜਦੋਂ ਸਿਖਰ ਦੇ ਉੱਤੇ ਟਿੱਲੇ ਦੇ ਉੱਤੇ ਚਲੀ ਗਈ ਇੱਕ ਵਾਰ, ਸਭ ਥਲ ਪਰ ਥਿਰ ਹੋਏ ਕਰ ਰਹੇ, ਉਹ ਸਾਰੀ ਜਗ੍ਹਾ ਦੇ ਉੱਤੇ ਥਿਰ ਹੋ ਕੇ ਇੱਕ ਜਗ੍ਹਾ ਤੇ ਖਲੋ ਗਈ। ਦੁਗਧ ਸ਼ਰਵਤ ਅਸਥਨ ਤੇ ਲਏ, ਜਿੱਥੇ ਆ ਕੇ ਖਲੋਤੀ ਉੱਥੇ ਉਹਦੇ ਥਣਾ ਦੇ ਵਿੱਚੋਂ ਦੁੱਧ ਆਪਣੇ ਆਪ ਜ਼ਮੀਨ ਦੇ ਉੱਤੇ ਸਰਵ ਗਿਆ। ਆਪਣੇ ਆਪ ਜਿਹੜਾ ਉਹਦਾ, ਲੋਕਾਂ ਦੀ ਇਹ ਮਾਨਯਤਾ ਹੈ, ਕਲਗੀਧਰ ਜੀ ਵਿੱਚ ਸਹਿਮਤੀ ਨਹੀਂ ਦੇ ਰਹੇ ਮਹਾਰਾਜ ਜੀ। ਇਹ ਜਿਹੜੀ ਲੋਕਾਂ ਦੀ ਮਾਨਯਤਾ ਉਹ ਦੱਸ ਰਹੇ ਨੇ ਵੀ ਇੱਥੇ ਇਦਾਂ ਕਿਹਾ ਜਾਂਦਾ ਕਿ ਉਸ ਗਊ ਦੀ ਜਦੋਂ ਉਸ ਜਗ੍ਹਾ ਤੇ ਪਹੁੰਚੀ ਟਿੱਲੇ ਦੇ ਉੱਤੇ, ਤੇ ਉਹਦੇ ਥਣਾ ਵਿੱਚੋਂ ਜਿਹੜਾ ਦੁੱਧ ਹੈ ਉਹ ਆਪਣੇ ਆਪ ਉਸ ਜਗ੍ਹਾ ਤੇ ਸਾਰਾ ਚੋਇਆ ਗਿਆ, ਸਰਵ ਗਿਆ। ਜੇਤਕ ਪੈ ਹੋਵਤ ਤਿਸ ਕੇਰਾ, ਜਿੰਨਾ ਵੀ ਦੁੱਧ ਸੀ ਥਣਾ ਦੇ ਵਿੱਚ ਸਾਰਾ ਹੀ ਉੱਥੇ ਚੋਇਆ ਗਿਆ। ਸੀਂਚਤ ਐਸੋ ਥਾਨ ਪਲੇਰਾ, ਉਹ ਜਿਹੜੀ ਜਗ੍ਹਾ ਸੀ ਉਹਦੇ ਵਿੱਚ ਉਹ ਦੁੱਧ ਆਪਣੇ ਆਪ ਹੀ ਸਿਮਟ ਜਾਂਦਾ ਸੀ, ਉਹ ਖਿਲਰਿਆ ਨਹੀਂ। ਥੋੜੀ ਜੀ ਜਗ੍ਹਾ ਸੀ, ਉੱਥੇ ਹੀ ਉਹ ਸਾਰਾ ਦੁੱਧ ਜ਼ਮੀਨ ਦੇ ਵਿੱਚ ਹੀ ਸਮਾ ਗਿਆ। ਬਹੁਰ ਮਿਲੇ ਸਭ ਤੇਨਨ ਸੰਗ, ਕਈ ਦਿਨ ਹੁੰਦਾ ਰਿਹਾ ਇਸੇ ਤਰ੍ਹਾਂ। ਉਹ ਗਊ ਉੱਥੇ ਜਾਇਆ ਕਰੇ, ਉਹਦਾ ਥਣਾ ਵਿੱਚੋਂ ਦੁੱਧ ਚੋਇਆ ਜਾਇਆ ਕਰੇ, ਮੁੜ ਕੇ ਫਿਰ ਬਾਕੀ ਜਾਨਵਰਾਂ ਵਿੱਚ ਆ ਕੇ ਰਲ ਜਾਇਆ ਕਰੇ। ਓਏ ਸੰਧਿਆ ਤਜ ਸੈਲ ਉਤੰਗ, ਜਦੋਂ ਸ਼ਾਮ ਵੇਲੇ ਉਹ ਸਾਰੇ ਪਸ਼ੂ ਚੱਲ ਕੇ ਆਉਂਦੇ, ਚੱਲ ਆਵਤ ਪੁਨੇ ਆਪਣੇ ਤਾਮੋ, ਉਹ ਆਪੋ ਆਪਣੇ ਘਰਾਂ ਵਿੱਚ ਜਦੋਂ ਪਸ਼ੂ ਪਹੁੰਚਦੇ ਚੱਲ ਕੇ, ਜਿਸ ਟਿਗ ਤੇਨ ਸੁਨੈ ਨਾ ਨਾਮ, ਉਹ ਗਊ ਜਿਸ ਦੇ ਕੋਲ ਸੀ ਨਾ, ਜਿਹੜਾ ਉਸ ਗਾਂ ਦਾ ਮਾਲਕ ਸੀ, ਉਹਦਾ ਨਾਂ ਸੀ ਨੈਣਾ ਜੱਟ। ਜੋਵਨ ਲਗੇ ਬੈਠ ਕਰ ਤਰੇ, ਉਹ ਜਦੋਂ ਪਹਿਲੇ ਦਿਨ ਗਊ ਉੱਥੇ ਥਣਾ ਵਿੱਚੋਂ ਦੁੱਧ ਸਰਵ ਗਿਆ, ਉਹ ਜਦੋਂ ਚੋਣ ਲੱਗਾ ਤੇ ਦੁੱਧ ਆਵੇ ਨਾ ਥਣਾ ਚ, ਉਹਨੇ ਵੇਖਿਆ ਵੀ ਗਾਂ ਤਾਂ ਚੋਈ ਹੋਈ ਹੈ ਪਹਿਲਾਂ ਹੀ, ਇਹਦੇ ਤਾਂ ਥਣਾ ਚੋਂ ਪਹਿਲਾਂ ਹੀ ਦੁੱਧ ਚੋਇਆ ਹੋਇਆ। ਅਸਥਨ ਛੂਛੇ ਹੀਰਨ ਕਰੇ, ਉਹਨੇ ਵੇਖਿਆ ਕਿ ਗਊ ਦੇ ਥਣ ਜਿਹੜੇ ਨੇ ਉਹ ਖਾਲੀ ਹਨ। ਕਾਰਨ ਕੋਏ ਨ ਮਨ ਮੈਂ ਪਾਇਓ, ਸੋਚੀ ਜਾਂਦਾ ਕਾਰਨ ਕੋਈ ਸਮਝ ਨਾ ਆਵੇ, ਕਿਉਂਕਿ ਗਊਆਂ ਆਮ ਕਰਕੇ ਲੋਕ ਖੁੱਲੀਆਂ ਛੱਡ ਦਿੰਦੇ, ਚਰ ਚਰਾ ਕੇ ਸ਼ਾਮ ਨੂੰ ਘਰ ਆ ਜਾਂਦੀਆਂ ਸਨ। ਉਹਨੇ ਸੋਚਿਆ ਵੀ ਸ਼ਾਇਦ ਕਿਸੇ ਨੇ ਰਾਹ 'ਚ ਨਾ ਚੋਲੀ ਹੋਵੇ, ਏਦਾਂ ਉਹਦੇ ਮਨ ਦੇ ਵਿੱਚ ਹੋਰ ਕੋਈ ਕਾਰਨ ਉਹਨੂੰ ਸਮਝ ਨਾ ਆਵੇ। ਕਿਨੋ ਨਿਕਾਸਿਓ ਪੈ ਬਿਸਮਾਇਓ, ਇਹ ਦੁੱਧ ਕਿਹਨੇ ਚੋ ਲਿਆ? ਉਹਦੇ ਮਨ 'ਚ ਇੱਕਦਮ ਹੈਰਾਨੀ ਹੋਈ। ਦਿਵਸ ਆਗਲੇ ਤਿਮਈ ਹੋਈ, ਅਗਲੇ ਦਿਨ ਫੇਰ ਏਦਾਂ 5-4 ਦਿਨ ਰੋਜ਼ ਹੀ ਜਦੋਂ ਗਊ ਆਇਆ ਕਰੇ, ਸ਼ਾਮ ਨੂੰ ਥਣਾ 'ਚ ਦੁੱਧ ਨਾ ਹੋਇਆ ਕਰੇ। ਨੈਣਾ ਬੜਾ ਪਰੇਸ਼ਾਨ ਹੋਇਆ, ਜਿਹਦੀ ਉਹ ਗਾਂ ਸੀ। ਕਹਿਣ ਲੱਗਾ ਵੀ ਰੋਜ਼ ਗਊ, ਇੱਕ ਦਿਨ ਕਿਸੇ ਨੇ ਚੋ ਲਿਆ, 2 ਦਿਨੇ ਤਾਂ ਰੋਜ਼ ਦਾ ਹੀ ਕਿਸੇ ਨੇ ਕੰਮ ਫੜ ਲਿਆ। ਬਹੁਤ ਜ਼ਿਆਦਾ ਚਿੰਤਤ ਹੋਇਆ। ਨੈਣੇ ਛੀਰ ਨ ਪਾਇਓ ਕੋਈ, ਹੁਣ ਜਦੋਂ ਗਊ ਨੂੰ ਚੋਣ ਲੱਗਿਆ ਕਰੇ, ਬੈਠਿਆ ਕਰੇ ਥੱਲੇ ਤੇ ਦੁੱਧ ਨਾ ਆਇਆ ਕਰੇ, ਏਦਾਂ ਨੈਣਾ ਬੜਾ ਪਰੇਸ਼ਾਨ ਹੋਇਆ। ਬੂਝ ਰਿਓ ਕਿਨੋ ਨਾ ਬਤਾਇਓ, ਲੋਕਾਂ ਵਿੱਚ ਪੁੱਛਦਾ ਰਿਹਾ, ਉਹ ਜਿਹੜਾ ਕੋਈ ਹੈ ਮੇਰੀ ਗਾਂ ਨੂੰ ਚੋਣ ਵਾਲਾ ਆਪਣੇ ਆਪ ਦੱਸ ਦਿਓ, ਵੀ ਜੇ ਮੇਰੇ ਕਾਬੂ ਆ ਗਿਆ ਤੇ ਫਿਰ ਮੈਂ ਜੱਟਾਂ ਵਾਂਗੂ ਡਾਂਗ ਵਾਉਣੀ,
ਇਸ ਕਰਕੇ ਬੰਦੇ ਦਾ ਪੁੱਤ ਬਣ ਕੇ ਜਿਹੜਾ ਵੀ ਕੋਈ ਹੈ ਮੇਰੀ ਗਊ ਨੂੰ ਚੋਣ ਵਾਲਾ ਆਪਣੇ ਆਪ ਦੱਸਦਾ। ਲੋਕਾਂ ਦੇ ਕੋਲ ਏਦਾਂ ਜਾ ਕੇ ਪੁੱਛਦਾ ਫਿਰੇ, ਕਈਆਂ ਨਾਲ ਇਹਦੀ ਲੜਾਈ ਹੋਈ, ਕਈ ਆਖਣੋ ਤੂੰ ਸਾਡੇ ਤੇ ਸ਼ੱਕ ਕਰਨਾ, ਸਾਡੇ ਕੋਲ ਦੁੱਧ ਨਹੀਂ ਹੈ। ਉਹ ਕਾਫੀ ਕਹਿੰਦੇ ਲੜਾਈ ਝਗੜਾ ਇਹਦਾ ਹੁੰਦਾ ਰਿਹਾ ਕਈਆਂ ਨਾਲ। ਖੋਜ ਰਿਓ ਕਿਛ ਭੇਵ ਨ ਪਾਇਓ, ਖੋਜਦਾ ਰਿਹਾ ਪਰ ਕੋਈ ਭੇਦ ਨਾ ਮਿਲਿਆ। ਚੋਰੀ ਤੇਨ ਪ੍ਰਭਾਤੀ ਕਾਲ, ਕਹਿੰਦਾ ਏਦਾਂ ਨਹੀਂ ਗੱਲ ਬਣਨੀ ਵੀ ਮੈਨੂੰ ਪਿੱਛੋਂ ਸੂਹ ਰੱਖਣੀ ਪੈਣੀ। ਇਹਨੇ ਸਵੇਰੇ ਗਊ ਛੱਡ ਦਿੱਤੀ ਇੱਕ ਦਿਨ, ਤੇ ਪਿੱਛੇ ਪਿੱਛੇ ਉਹਦੀ ਪੈੜ ਦਬਦਾ ਲੁਕਦਾ ਵੀ ਪਤਾ ਨਾ ਲੱਗੇ, ਗਊ ਅੱਗੇ ਛੱਡ ਦਿੱਤੀ, ਆਪ ਲੁਕ ਕੇ ਪਿੱਛੇ ਜਾਣ ਲੱਗਾ। ਛੱਪ ਕੇ ਚੱਲਿਓ ਪਿਖਨ ਇਤ ਨਾਲ, ਵੇਖਣ ਵਾਸਤੇ ਨਾਲ ਲੁਕ ਕੇ ਛਿਪ ਕੇ ਚੱਲ ਪਿਆ ਨੈਣਾ। ਦੂਰ ਸੋ ਦੇਖਤ ਰਿਓ, ਦੂਰ ਤੱਕ ਜਾ ਕੇ ਵੇਖਦਾ ਰਿਹਾ। ਤੀਨ ਪੈਰ ਲਗਨੇ ਕਛ ਲਿਓ, 3 ਪੈਰਾਂ ਤੱਕ ਇਹਨੂੰ ਕੋਈ ਬੰਦਾ ਨਹੀਂ ਟੱਕਰਿਆ ਜਿਹਨੇ ਗਊ ਚੋਈ ਹੋਵੇ। ਚਾਰ ਕਰੀ ਦਿਨ ਜਬ ਹੂੰ ਜਾਣਾ, ਜਦੋਂ ਸ਼ਾਮ ਜਿਹਦਾ ਵੇਲਾ ਹੋਇਆ ਪਹੁੰਚੀ ਸੁਰਬੀ ਤਾਏ ਸਥਾਨ, ਉਹ ਗਊ ਜਿੱਥੇ ਰੋਜ਼ ਪਹਿਲਾਂ ਦੁੱਧ ਚੋਇਆ ਜਾਂਦਾ ਸੀ ਉੱਥੇ ਉਸੇ ਆਪਣੇ ਜਗ੍ਹਾ ਤੇ ਟਿਕਾਣੇ ਤੇ ਆ ਕੇ ਉਹ ਗਾਂ ਖਲੋ ਗਈ ਉਸੇ ਟਿੱਲੇ ਦੇ ਉੱਤੇ। ਉੱਪਰ ਖਰੀ ਸ਼ਰਵੈ ਥਨ ਤਬੇ, ਜਦੋਂ ਉੱਥੇ ਖਲੋਤੀ ਤੇ ਨੈਣਾ ਖਲੋਤਾ ਪਿੱਛੇ ਵੇਖਦਾ ਸੀ ਲੁਕ ਕੇ। ਕੀ ਵੇਖਦਾ ਵੀ ਥਣਾ ਚੋਂ ਆਪਣੇ ਆਪ ਹੀ ਦੁੱਧ ਚੋਇਆ ਜਾ ਰਿਹਾ ਹੈ ਤੇ ਥੱਲੇ ਜ਼ਮੀਨ ਦੇ ਵਿੱਚ ਸਮਾਂਦਾ ਜਾ ਰਿਹਾ ਹੈ। ਇਕਸੇ ਦੁਗਧ ਸੀਚ ਥਲ ਸਬੇ, ਇਹ ਜਿੰਨਾ ਦੁੱਧ ਆ ਸਾਰਾ ਹੀ ਦੁੱਧ ਉਹਦੀਆਂ ਥਣਾਂ ਦੇ ਵਿੱਚੋਂ ਜਾ ਕੇ ਜ਼ਮੀਨ ਸਿੰਚੀ ਗਈ ਹੈ। ਤੀਨ ਪ੍ਰਕਰਮਾ ਫਿਰ ਕਰ ਕਰੀ, ਫਿਰ ਵੇਖ ਕੇ ਹੈਰਾਨ ਹੋਇਆ ਵੀ ਉਸ ਗਾਂ ਨੇ ਉਹ ਜਗ੍ਹਾ ਦੀਆਂ 3 ਪ੍ਰਕਰਮਾਂ ਕੀਤੀਆਂ। ਸੀਸ ਨਿਵਾਏ ਸਦਨ ਕੋ ਫਿਰੀ, ਔਰ ਉਸ ਜਗ੍ਹਾ ਨੂੰ ਮੱਥਾ ਟੇਕ ਕੇ ਫਿਰ ਉਹ ਗਊ ਵਾਪਸ ਮੁੜੀ ਤੇ ਨੈਣਾ ਵੀ ਪਿੱਛੇ ਚੱਲ ਪਿਆ ਵੀ ਮੈਂ ਲੋਕਾਂ ਨਾਲ ਲੜਾਈਆਂ ਲੈਂਦਾ ਫਿਰਦਾ ਸੀ, ਗੱਲ ਤਾਂ ਇੱਥੇ ਹੋਰ ਹੀ ਬਣੀ ਹੋਈ ਹੈ ਵੀ ਇੱਥੇ ਪਤਾ ਨਹੀਂ ਇਹ ਕੀ ਖੇਡ ਵਰਤੀ ਆ ਵੀ ਰੋਜ਼ ਗਊ ਇੱਥੇ ਆਉਂਦੀ ਨਾਲੇ ਮੱਥਾ ਵੀ ਟੇਕਿਆ ਪ੍ਰਕਰਮਾਂ ਵੀ ਕੀਤੀਆਂ ਨੇ। ਪੁਨ ਨੈਣਾ ਗਮਨਿਓ ਤਿਸ ਥਾਨਾ, ਨੈਣਾ ਉਸ ਜਗ੍ਹਾ ਤੇ ਗਿਆ। ਅਵਲੋਕਤ ਮਨ ਭਇਓ ਹੈਰਾਨਾ, ਵੇਖ ਕੇ ਹੈਰਾਨ ਹੋਇਆ, ਜਗ੍ਹਾ ਵੇਖਦਾ ਵੀ ਹੈ ਤਾਂ ਕੁਝ ਨਹੀਂ ਇੱਥੇ ਥੱਲੇ, ਇਹ ਹੋਇਆ ਕੀ ਹੈ ਚੰਗੀ ਤਰ੍ਹਾਂ ਤੱਕਦਾ। ਨਮੋ ਕੀਨ ਕਰ ਕੋ ਚੱਲ ਆਇਓ, ਇਹਨੇ ਵੀ ਉੱਥੇ ਮੱਥਾ ਟੇਕਿਆ ਤੇ ਘਰ ਵਾਪਸ ਆ ਗਿਆ। ਬੁੱਧਵੰਤਨ ਕੇ ਨਿਕਟ ਬਤਾਇਓ, ਜਿਹੜੇ ਇਹਦੇ ਪਿੰਡ ਦੇ ਕੋਈ ਸਿਆਣੇ ਲੋਕ ਸੀ ਉਹਨਾਂ ਨਾਲ ਆ ਕੇ ਨੇ ਗੱਲਬਾਤ ਕੀਤੀ। ਜਗਤਵੰਤ ਸੋ ਥਾਨ ਪਛਾਨਾ, ਸਾਰਿਆਂ ਨੇ ਆਖਿਆ ਵੀ ਇਹ ਤਾਂ ਜਗ੍ਹਾ ਬੜੀ ਸ਼ਕਤੀ ਵਾਲੀ ਹੈ, ਜਿਹਨੂੰ ਗਊ ਵੀ ਨਮਸਕਾਰ ਕਰ ਰਹੀ ਹੈ ਤੇ ਉੱਥੇ ਉਹਦਾ ਦੁੱਧ ਸਰਬ ਜਾਂਦਾ। ਨੈਣੇ ਤਬੇ ਸੁਧਾਰਨ ਠਾਨਾ, ਕਹਿੰਦੇ ਨੈਣੇ ਨੇ ਉਹ ਜਗ੍ਹਾ ਨਾ ਸੁਧਾਰ ਕੇ ਉੱਥੇ 5-7 ਜੀਆਂ ਇੱਟਾਂ ਰੱਖ ਕੇ ਉਹਦੀ ਪੂਜਾ ਸ਼ੁਰੂ ਕਰ ਦਿੱਤੀ ਤੇ ਆਖਿਆ ਵੀ ਇਹ ਨੈਣਾ ਦੇਵੀ, ਉੱਥੋਂ ਨੈਣੇ ਦਾ ਟਿੱਲਾ ਹੁੰਦਾ ਨੈਣਾ ਦੇਵੀ ਬਣ ਗਿਆ। ਪਹਿਲਾਂ ਨੈਣੇ ਦਾ ਟਿੱਲਾ ਕਿਹਾ ਜਾਂਦਾ, ਨੈਣਾ ਇਹਦਾ ਨਾਂ ਸੀ ਜ਼ਿਮੀਂਦਾਰ ਦਾ ਜਿਹਨੇ ਜਗ੍ਹਾ ਬਣਾਈ, ਮੁੜ ਕੇ ਇਹਨੂੰ ਨੈਣਾ ਦੇਵੀ ਕਹਿਣ ਲੱਗ ਪਏ। ਦਾਨ ਚੰਡਕਾ ਤਹਾਂ ਮਨਾਈ, ਇਹਨੇ ਉੱਥੇ ਆਖਿਆ ਵੀ ਇੱਥੇ ਤਾਂ ਚੰਡਕਾ ਹੈ, ਪ੍ਰਮਾਤਮਾ ਦੀ ਜਿਹੜੀ ਦੇਵੀ ਹੈ ਉਹ ਇੱਥੇ ਵਸਦੀ ਹੈ। ਪੂਜਨ ਲਗੇ ਲੋਕ ਸਮੁਦਾਈ, ਹੁਣ ਲੋਕ ਇਹਨੂੰ ਵੇਖਦੇ ਹੋਰ ਵੀ ਕਈ ਆ ਕੇ ਪੂਜਾ ਕਰਨ ਲੱਗ ਪਏ। ਜਨਨ ਕਾਮਨਾ ਪੂਰਨ ਕਰੇ, ਲੋਕ ਕਹਿੰਦੇ ਜੀ ਸਾਡੀਆਂ ਇੱਥੇ ਕਾਮਨਾਵਾਂ ਪੂਰੀਆਂ ਹੋਣ ਲੱਗ ਪਈਆਂ। ਯਥਾ ਭਾਵਨਾ ਤਿਸ ਥਲ ਤਰੇ, ਜਿਹੋ ਜੀ ਕੋਈ ਭਾਵਨਾ ਉੱਥੇ ਰੱਖ ਕੇ ਆਉਂਦੇ ਨੇ। ਗਿਰਨ ਬ੍ਰਿੰਦ ਮੈਂ ਗਿਰ ਸੇ ਉੱਚੇ, ਜਿੰਨੇ ਪਹਾੜ ਨੇ ਉਹਨਾਂ ਪਹਾੜਾਂ ਦੇ ਵਿੱਚੋਂ ਸਭ ਤੋਂ ਉੱਚਾ ਪਹਾੜ ਇਹ ਹੈ ਇੱਥੇ। ਪੰਥ ਤੇ ਹੋਏ ਨਾ ਪਹੁੰਚੇ, ਰਾਹ ਬੜਾ ਔਖਾ ਹੈ, ਪੰਡਤ ਕੇਸ਼ੋਦਾਸ ਜੀ ਹਰ ਕੋਈ ਨਹੀਂ ਉੱਥੇ ਪਹੁੰਚਦਾ। ਪਾਵਨ ਮਹਾ ਇਕਾਂਤ ਭਲੇਰਾ, ਉੱਥੇ ਬੜਾ ਇਕਾਂਤ ਹੈ ਵੀ ਨਾ ਕਿਸੇ ਆਉਣਾ ਨਾ ਜਾਣਾ, ਜੇ ਤੁਸੀਂ ਉੱਥੇ ਕਰਨੀ ਹੈ ਦੇਵੀ ਪ੍ਰਗਟ ਤਾਂ ਉੱਥੇ ਕਰ ਲਓ। ਇਸ ਕਾਰਜ ਕੋ ਨੀਕੋ ਹੀਰਾ, ਇਹ ਕੰਮ ਚੰਗਾ ਸਬੱਬ ਕਰਕੇ ਪਛਾਣੋ। ਚਲੋ ਪ੍ਰਾਤ ਕੋ ਹੀਰਨ ਕਰੀਏ, ਚਲੋ ਕੱਲ ਨੂੰ ਕੇਸ਼ੋਦਾਸ ਜੀ ਤੁਹਾਨੂੰ ਜਗ੍ਹਾ ਵਿਖਾ ਵੀ ਲਿਆਵਾਂਗੇ। ਪੁਨ ਸੁਧਾਰ ਬੇਹੇ ਤੇ ਉਚਰੀਏ, ਤੇ ਜੇ ਤੁਹਾਨੂੰ ਪਸੰਦ ਆਵੇ ਉਹੀ ਜਗ੍ਹਾ ਉੱਥੇ ਸੁਧਾਰ ਲਵਾਂਗੇ, ਸਾਫ਼ ਸਫਾਈ ਕਰ ਲਵਾਂਗੇ। ਸੁਨ ਕੇਸ਼ਵ ਨੀਕੇ ਮਨ ਮਾਨੀ, ਕੇਸ਼ੋਦਾਸ ਨੇ ਆਖਿਆ ਜੀ ਬਿਲਕੁਲ ਸਹੀ ਹੈ, ਜੇ ਇਦਾਂ ਦੀ ਜਗ੍ਹਾ ਇੱਥੇ ਲੋਕ ਦੱਸਦੇ ਆ
ਤੇ ਮੈਂ ਜੀ ਜ਼ਰੂਰ ਵੇਖਾਂਗਾ। ਭਲੀ ਬਾਤ ਇਮ ਕਹਿ ਕਰ ਬਾਨੀ, ਏਦਾਂ ਭਲੀ ਬਾਤ ਜੀ, ਇਹ ਚੰਗੀ ਬਾਤ ਏਦਾਂ ਇਹਨੇ ਕਿਹਾ। ਆਇਸ ਪਾਏ ਗਇਓ ਨਿਜ ਡੇਰੇ, ਗੁਰਦੇਵ ਕੋਲੋਂ ਆਗਿਆ ਲੈ ਕੇ ਕੇਸ਼ੋਦਾਸ ਦਾ ਜਿੱਥੇ ਡੇਰਾ ਸੀ ਵਾਪਸ ਗਿਆ। ਹਿਤਵਤ ਦੇਵੀ ਕਾਜ ਬਡੇਰੇ, ਸੋਚਦਾ ਆਪਣੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲਾਂ ਨੂੰ। ਅਗਲੀ ਪ੍ਰਾਤ ਭਈ ਜਬ ਆਏ, ਜਦੋਂ ਅਗਲਾ ਦਿਨ ਆਇਆ ਗਏ ਗੁਰੂ ਦਿਜਲੀਨ ਬੁਲਾਏ। ਸਤਿਗੁਰੂ ਜੀ ਨੇ ਆਖਿਆ ਆਜੋ ਪੰਡਤ ਜੀ ਨੈਣਾ ਦੇਵੀ ਦੇ ਟਿੱਲੇ ਤੇ ਲੈ ਚੱਲੀਏ। ਸਨੇ ਸਨੇ ਪਰਬਤ ਪਰ ਚੜੇ, ਮਹਾਰਾਜ ਜੀ ਨੂੰ ਨਾਲ ਲੈ ਕੇ ਸਹਿਜੇ ਸਹਿਜੇ ਪਹਾੜ ਤੇ ਗਏ। ਸਥਾਨ ਦੇਖ ਔਰ ਆਨੰਦ ਬੜੇ, ਬੜਾ ਸੋਹਣਾ ਇਲਾਕਾ, ਜਦੋਂ ਪਹਾੜ ਨੂੰ ਉੱਪਰ ਨੂੰ ਚੜੀਏ ਬੜਾ ਆਨੰਦਦਾਇਕ, ਬੜੀ ਸੋਹਣੀ ਆਲੇ ਦੁਆਲੇ ਹਰਿਆਵਲ ਹੈ। ਕਰ ਪਸੰਦ ਸੋ ਥਾਨ ਮਾਨਾ, ਉਹ ਜਗ੍ਹਾ ਪਸੰਦ ਕੀਤੀ, ਕਹਿੰਦਾ ਜੀ ਇਹ ਤਾਂ ਬੜੀ ਵਧੀਆ ਥਾਂ ਹੈ। ਅਰਖਤ ਕੇਸ਼ੋ ਦਾਸ ਬਖਾਨਾ, ਬੜਾ ਖੁਸ਼ ਹੋ ਕੇ ਕੇਸ਼ੋਦਾਸ ਬੋਲਿਆ। ਭਲੋ ਸਥਲ ਹੋ ਮਨ ਕੋ ਪਾਇਓ, ਕਹਿਣ ਲੱਗਾ ਜੀ ਇਹ ਤਾਂ ਬੜਾ ਭਲਾ ਥਾਂ, ਇੱਥੇ ਹੀ ਹਵਨ ਕੁੰਡ ਬਣਾਵਾਂਗੇ। ਜਿਸ ਤੇ ਮਮ ਅਸ ਨਿਸ਼ਚੇ ਆਇਓ, ਇਹਦੇ ਨਾਲ ਮੇਰੇ ਮਨ 'ਚ ਐਸਾ ਨਿਸ਼ਚਾ ਆਵੇਗਾ। ਹੁਣ ਵੀ ਜੋ ਨੈਣਾ ਦੇਵੀ ਦੇ ਟਿੱਲੇ ਦੇ ਉੱਤੇ ਉੱਥੇ ਹਵਨ ਕੁੰਡ ਹੈ, ਉਹ ਹਵਨ ਕੁੰਡ ਕੇਸ਼ੋਦਾਸ ਵੱਲੋਂ ਬਣਾਇਆ ਗਿਆ, ਉਦੋਂ ਦਾ ਹੀ ਬਣਿਆ ਹੋਇਆ ਹੈ। ਤੋ ਕੇਸ਼ੋਦਾਸ ਕਹਿਣ ਲੱਗਾ ਜੀ ਇੱਥੇ ਹੀ ਮੈਂ ਉਹ ਹਵਨ ਕੁੰਡ ਬਣਾਵਾਂਗਾ, ਇਹ ਤਾਂ ਬੜੀ ਪਵਿੱਤਰ ਜਗ੍ਹਾ ਹੈ। ਹੋਏ ਬਿਦਤ ਜਗਦੰਬਾ ਜੈਸੇ, ਔਰ ਇੱਥੇ ਜਗਤ ਦੀ ਦੇਵੀ ਜਿਹੜੀ ਆ ਉਹ ਪ੍ਰਗਟ ਹੋਵੇਗੀ। ਸਕਲ ਸਮਾਜ ਮਿਲਤੇ ਹੈ ਐਸੇ, ਇੱਥੇ ਤਾਂ ਸਾਰਾ ਕੁਝ ਸਮਾਜ ਜੋ ਚਾਹੀਦਾ ਉਹ ਮਿਲ ਰਿਹਾ, ਨਿਸ਼ਾਨੀਆਂ ਦਿਸ ਰਹੀਆਂ ਨੇ। ਅਚਲ ਅਨਾਸੀ ਸੁਜਸ ਤੁਮਾਰਾ, ਮਹਾਰਾਜ ਤੁਹਾਡਾ ਜਸ ਸਾਰੇ ਜਗਤ ਦੇ ਵਿੱਚ ਅਚਲ ਤੇ ਅਨਾਸ਼ੀ ਹੋ ਕੇ ਪ੍ਰਗਟ ਹੋਵੇਗਾ। ਪਸਰਿਓ ਗੋ ਸਭ ਜਗਤ ਮਝਾਰਾ, ਸਾਰੇ ਜਗਤ ਚ ਆਪ ਜੀ ਦੀ ਸੋਭਾ ਪ੍ਰਗਟ ਹੋਵੇਗੀ। ਕਲਗੀਧਰ ਸੁਆਮੀ ਜੀ ਚੱਕਰਵਰਤ ਭੂਪਤ ਬਹੁ ਪਾਏ, ਮਹਾਰਾਜ ਚੱਕਰਵਰਤੀ ਵੱਡੇ ਵੱਡੇ ਰਾਜੇ ਹੋਏ ਨੇ ਸੰਸਾਰ ਵਿੱਚ, ਕਰਤਾ ਸਰਵ ਸ਼ਕਤੋ ਪਜਾਏ, ਜਿਹੜੇ ਸਰਵ ਸ਼ਕਤੀਆਂ ਨੂੰ ਧਾਰਨ ਕਰਨ ਵਾਲੇ ਸਨ। ਕਿਸ ਤੇ ਕਾਜ ਨਾ ਐਸੇ ਕੋਈ ਵੀ ਐਸਾ ਕੰਮ ਨਹੀਂ ਕਰ ਸਕਿਆ ਸ਼ਕਤੀ ਨੂੰ ਪ੍ਰਗਟ ਕਰਨ ਦਾ। ਜਸ ਉਤਸਾਹ ਆਪਨੇ ਤਰਿਓ, ਐਸਾ ਉਤਸ਼ਾਹ ਗੁਰੂ ਕਲਗੀਧਰ ਜੀ ਤੁਸਾਂ ਨੇ ਕੀਤਾ। ਆਦ ਸ਼ਕਤ ਮਦ ਕੈਟਪ ਉਹ ਆਦ ਸ਼ਕਤੀ ਜੋ ਮਦ ਕੈਟਬਾਦਕ ਦੈਂਤਾਂ ਦਾ ਨਾਸ਼ ਕਰਨੇ ਵਾਲੀ ਹੈ। ਰਕਤ ਬੀਜ ਸੁੰਭਾਦ ਕਰਦਨ, ਰਕਤ ਬੀਜ ਸੁੰਭਾਦਕ ਨਿਸੁੰਭਾਦਕ ਦਾਨਵਾਂ ਨੂੰ ਮਾਰਨੇ ਵਾਲੀ ਹੈ। ਵਿਸ਼ ਬਿਲੋਚਨ ਕੈਸੋ ਕਰਨੀ, ਜੋ ਪੂਰੇ ਵਿਸ਼ਵ ਨੂੰ ਵੇਖਣ ਵਾਲੀ ਹੈ, ਵਿਸ਼ਾ ਕਰਨ ਵਾਲੀ ਹੈ, ਉਹਨੂੰ ਤੁਸੀਂ ਪ੍ਰਗਟ ਕਰਕੇ ਵੇਖਣਾ ਚਾਹੁੰਦੇ ਹੋ। ਕੌਣ ਸਕੇ ਕਰ ਐਸੀ ਕਰਨੀ, ਇਹ ਕਲਗੀਧਰ ਜੀ ਤੁਹਾਡੇ ਤੋਂ ਬਿਨਾਂ ਐਸੀ ਕਰਨੀ ਕੌਣ ਕਰ ਸਕਦਾ। ਸਭ ਸਿੱਖਨ ਸੋ ਗੁਰੂ ਬਖਾਨਾ, ਕਲਗੀਧਰ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ। ਕਰੋ ਸੁਧਾਰਨ ਭਲੇ ਸਥਾਨਾ, ਕਿਉਂਕਿ ਉੱਥੇ ਕੋਈ ਮੰਦਿਰ ਨਹੀਂ ਸੀ ਉਸ ਵੇਲੇ ਇੰਨਾ ਕੋਈ ਵੱਡਾ ਬਣਿਆ ਹੋਇਆ। ਉਹ 5-7 ਇੱਟਾਂ ਰੱਖ ਕੇ ਨੈਣੇ ਨੇ ਟਿੱਲਾ ਬਣਾਇਆ ਹੋਇਆ ਸੀ ਇਦਾਂ ਦਾ। ਤੋ ਗੁਰਦੇਵ ਨੇ ਹੁਕਮ ਕੀਤਾ ਵੀ ਸਾਫ਼ ਸਫਾਈ ਕਰ ਦੋ, ਜੋ ਝਾੜੀਆਂ ਝੂੜੀਆਂ ਆਲੇ ਦੁਆਲੇ ਫੈਲੀਆਂ ਹੋਈਆਂ। ਮਹਾਰਾਜ ਜੀ ਨੇ ਆਖਿਆ ਕੱਟ ਕਟਾ ਕੇ ਸਾਫ਼ ਕਰਕੇ ਇੱਥੇ ਕੇਸ਼ੋਦਾਸ ਜੀ ਵਾਸਤੇ ਜਿਵੇਂ ਜਿਵੇਂ ਕਹਿੰਦੇ ਆ ਤਿਆਰੀ ਕਰਾ ਦਿਓ। ਸੁੰਦਰ ਮੰਦਰ ਦਿਓ ਬਣਵਾਏ, ਔਰ ਇੱਥੇ ਕਿਉਂਕਿ ਕਮਰਾ ਵਗੈਰਾ ਵੀ ਚਾਹੀਦਾ ਹੋਵੇਗਾ, ਜਿਹੜੀਆਂ ਹੂਤੀਆਂ ਵਗੈਰਾ ਰੱਖਣੀਆਂ ਨੇ, ਉਹਦੇ ਲਈ ਇੱਕ ਛੋਟਾ ਜਿਹਾ ਕਮਰਾ ਜੋ ਹੈ ਉਹ ਬਣਾ ਦਿਓ। ਜਹਾਂ ਸਮਗਰੀ ਦੇ ਟਿਕਾਏ, ਇੱਥੇ ਉਹ ਸਾਰੀ ਸਮੱਗਰੀ ਜਿਹੜੀ ਆ ਉਹ ਟਿਕਾ ਦਿੱਤੀ ਜਾਵੇ। ਹਵਨ ਕੁੰਡ ਕੋ ਜਥਾ ਆਕਾਰਾ, ਜਿੰਨਾ ਕਾ ਹਵਨ ਕੁੰਡ ਦਾ ਆਕਾਰ ਹੁੰਦਾ ਹੈ ਉਹ ਕੇਸ਼ੋਦਾਸ ਜੀ ਦੱਸਣਗੇ, ਉਹ ਇਹਦੇ ਕਹਿਣ ਮੁਤਾਬਕ ਬਣਾ ਦਿਓ। ਕਾਰੀਗਰ ਸੋ ਵਿਪਰ ਉਚਾਰਾ, ਔਰ ਕਾਰੀਗਰਾਂ ਨੂੰ ਕਹਿ ਦਿੱਤਾ ਬ੍ਰਾਹਮਣ ਨੇ ਕੇਸ਼ੋਦਾਸ ਨੇ, ਦੂਰ ਉਰੈ ਚੌਕੀ ਨਰ ਥਿਰੈ, ਔਰ ਨਾਲ ਇਹ ਵੀ ਕਹਿ ਦਿੱਤਾ ਵੀ ਇੱਥੇ ਜੀ ਆਉਣਾ ਨਹੀਂ ਚਾਹੀਦਾ ਕੋਈ, ਮੈਂ ਹੋਵਾਂ ਜਾਂ ਕਲਗੀਧਰ ਜੀ ਤੁਸੀਂ ਆਉਣਾ ਇੱਥੇ, ਹੋਰ ਇੱਥੇ ਬਹੁਤੇ ਬੰਦੇ ਨਹੀਂ ਆਉਣੇ। ਤੇ ਸਾਰੀਆਂ ਚੌਂਕੀਆਂ ਜਿਹੜੀਆਂ ਸਿਪਾਹੀਆਂ ਦੀਆਂ ਤੁਹਾਡੀਆਂ ਦੂਰ ਲਾ ਦਿਓ, ਵੀ ਕੋਈ ਬੰਦਾ ਇੱਥੇ ਤੱਕ ਆ ਕੇ ਮੈਨੂੰ ਪਰੇਸ਼ਾਨ ਨਾ ਕਰੇ, ਮੇਰੇ ਇਕਾਂਤ ਵਿੱਚ ਵਿਘਨ ਨਾ ਪਾਵੇ। ਇਹ ਸਭ ਰੀਤ ਸੁਚੇਤੀ ਤਰੈ, ਇਦਾਂ ਦੀ ਸਾਰੀ ਰੀਤ ਦੀ ਤਿਆਰੀ ਕੀਤੀ। ਰਚੋ ਸਥਲ ਇਤਿਆਦ ਬਤਾਏ, ਇਦਾਂ ਸਾਰੀ ਜਗ੍ਹਾ ਬਾਰੇ ਨੇ ਦੱਸ ਦਿੱਤਾ, ਜਿੰਨਾ ਕਿ ਇਹਨੂੰ ਹਵਨ ਕੁੰਡ ਚਾਹੀਦਾ ਸੀ।
ਬਾਕੀ ਜਿਹੜਾ ਕਮਰਾ ਵਗੈਰਾ ਸੀ ਉਹ ਗੁਰੂਦੇਵ ਨੇ ਹੁਕਮ ਕਰਕੇ ਕਾਰੀਗਰਾਂ ਨੂੰ ਮਿਸਤਰੀਆਂ ਨੂੰ ਬਣਵਾ ਦਿੱਤਾ। ਆਏ ਪੁਰ ਗੁਰ ਬਿਪਰ ਮਿਲਾਏ, ਮਹਾਰਾਜ ਜੀ ਪੰਡਤ ਨੂੰ ਵਾਪਸ ਲੈ ਕੇ ਆ ਗਏ। ਪੂਰਨ ਤਿਆਰੀ ਸਭ ਤੇ ਕਰਵਾਈ, ਤੁਰਤ ਫੁਰਤ ਹੀ ਸੇਵਾਦਾਰਾਂ ਨੇ ਜਿੰਨੀ ਤਿਆਰੀ ਸੀ ਉਹ ਕਰਾ ਦਿੱਤੀ ਨੈਣੇ ਟਿੱਲੇ ਤੇ। ਹਮਨ ਸਮਗਰੀ ਤਾਂ ਪੁਚਾਈ, ਜਿਹੜੀ ਹਵਨ ਦੀ ਸਮੱਗਰੀ ਸੀ ਉਹ ਸਾਰੀ ਉੱਥੇ ਪਹੁੰਚਦੀ ਕਰ ਦਿੱਤੀ। ਦਿਵਸ ਪ੍ਰਤੀਖਨ ਲਗੇ ਕਿਰਪਾਲਾ, ਹੁਣ ਉਹ ਜਿਹੜਾ ਦਿਨ ਰੱਖਿਆ ਸੀ ਉਹਦੀ ਉਡੀਕ ਕਰਨ ਲੱਗੇ। ਕਰੇ ਆਰੰਭ ਪ੍ਰਥਮ ਜਿਸ ਕਾਲਾ, ਹਾਂ, ਜਿਸ ਦਿਨ ਪ੍ਰਥਮ ਪ੍ਰਾਰੰਭ ਹੋਣਾ ਹੈ ਉਸ ਪ੍ਰਥਮ ਪ੍ਰਾਰੰਭ ਦਾ ਜਿਹੜਾ ਕਾਲ ਸੀ ਉਹਦੀ ਉਡੀਕ ਹੋਣ ਲੱਗੀ। ਦਿਨ ਪ੍ਰਤ ਦਿਜਬਰ ਪਹੁੰਚੇ ਪਾਸ, ਦਿਨ ਪ੍ਰਤੀ ਦਿਨ ਪੰਡਤ ਕੇਸ਼ੋਦਾਸ ਗੁਰੂ ਸਾਹਿਬ ਜੀ ਕੋਲ ਆਉਂਦਾ ਹੈ। ਕਰੇ ਵਾਰਤਾਲਾਪ ਪ੍ਰਕਾਸ਼, ਸਤਿਗੁਰੂ ਜੀ ਦੇ ਨਾਲ ਬਹਿ ਕੇ ਵਾਰਤਾਲਾਪ ਕਰਦਾ ਹੈ। ਪੂਜਨ ਅਮਨ ਕਰਨ ਬਿਦ ਸਾਰੀ, ਪੂਜਾ ਕਰਨੀ ਹਵਨ ਵਗੈਰਾ ਕਰਨੇ ਸਾਰੀ ਵਿਧੀ। ਕਹਿ ਕੇ ਸਭ ਕਿਛ ਠਾਨਸ ਤਿਆਰੀ, ਏਦਾਂ ਸਾਰੀ ਤਿਆਰੀ ਕਰਾਉਂਦਾ ਜਿਵੇਂ ਉਹਨੂੰ ਚੰਗੀ ਲੱਗਦੀ ਹੈ। ਸੈਂਕਰ ਮਨ ਮੇਵਾ ਮਿਸ਼ਟਾਨ, ਮਣਾ ਦੇ ਹਿਸਾਬ ਨਾਲ ਮੇਵੇ ਮਿਸ਼ਟਾਨ ਮੰਗਾਏ ਹੋਏ ਨੇ। ਦਿਲ ਕ੍ਰਿਤ ਜਵ ਤੁੰਦਲ ਸਭ ਆਨ, ਤੇਲ ਜਾਮ ਘ੍ਰਿਤ ਆਦਿਕ ਘਿਓ ਸਭ ਕੁਝ ਲਿਆਂਦਾ ਹੋਇਆ। ਕਹਿ ਕੇ ਪ੍ਰਭ ਸੋ ਤਹਾਂ ਪੁਚਾਏ, ਉਹ ਕਹਿ ਕੇ ਸਤਿਗੁਰਾਂ ਨੂੰ ਸਾਰੀਆਂ ਚੀਜ਼ਾਂ ਉਸ ਨੈਣੇ ਦੇ ਟਿੱਲੇ ਤੇ ਪਹੁੰਚਦੀਆਂ ਕੀਤੀਆਂ, ਜਿਹਨੂੰ ਅੱਜ ਕੱਲ ਨੈਣਾ ਦੇਵੀ ਦਾ ਟਿੱਲਾ ਕਿਹਾ ਜਾਂਦਾ ਹੈ। ਆਨ ਸੁਧਾਰੇ ਉਹ ਨੀਕ ਬਣਾਏ, ਉਹ ਸਾਰੀ ਜਗ੍ਹਾ ਸੇਵਾਦਾਰਾਂ ਨੇ ਕਾਰੀਗਰਾਂ ਨੇ ਚੰਗੀ ਤਰ੍ਹਾਂ ਬਣਾ ਕੇ ਤਿਆਰ ਕਰ ਦਿੱਤੀ। ਜੋ ਉੱਥੇ ਝਾੜੀਆਂ ਵਗੈਰਾ ਸਨ ਸਾਫ਼ ਕਰਕੇ, ਕਿਉਂਕਿ ਪਹਾੜ ਦਾ ਸਿਖਰ ਸੀ, ਸਮਤਲ ਜਗ੍ਹਾ ਨਹੀਂ ਸੀ, ਉਹ ਕਈਆਂ ਨਾਲ ਜਾਂ ਘਣਾ ਦੇ ਨਾਲ ਉਦਾਲਾਂ ਦੇ ਨਾਲ ਉਹ ਸਾਰੀ ਜਗ੍ਹਾ ਸਾਫ਼ ਕਰਕੇ ਇੱਕ ਸਥੰਡਲ ਬਣਾ ਦਿੱਤਾ, ਇੱਕ ਕਮਰਾ ਬਣਾ ਦਿੱਤਾ। ਤੇ ਜਿੱਥੇ ਮੀਂਹ ਕਣੀ ਦੇ ਵਿੱਚ ਕਿਉਂਕਿ ਕੇਸ਼ੋਦਾਸ ਨੇ ਉੱਥੇ ਰਹਿਣਾ ਵੀ ਹੈ, ਉਹ ਸਾਰੀ ਜਗ੍ਹਾ ਵੀ ਉੱਥੇ ਬਣਾ ਦਿੱਤੀ, ਸਮੱਗਰੀ ਰੱਖਣ ਦੀ ਵੀ ਜਗ੍ਹਾ ਬਣਾ ਦਿੱਤੀ। ਹਮਨ ਕੁੰਡ ਜਿਸ ਜੁਗਤ ਬਤਾਇਓ, ਜਿਹੜੇ ਤਰੀਕੇ ਨਾਲ ਹਵਨ ਕੁੰਡ ਵੀ ਇਹ ਕੋਈ ਦਿਸ਼ਾ ਵਗੈਰਾ ਰੱਖਦੇ ਨੇ ਵੀ ਇਸ ਪਾਸੇ ਉਹਨੂੰ ਇੰਨਾ ਚੌੜਾ ਰੱਖਣਾ ਹੈ, ਇਸ ਪਾਸੇ ਨੂੰ ਇੰਨਾ, ਉਹ ਜਿਵੇਂ ਜਿਵੇਂ ਇਹਨੇ ਕਿਹਾ ਬਣਾ ਦਿੱਤਾ ਕਾਰੀਗਰਾਂ ਨੇ। ਸੋ ਪੀ ਭਲੀ ਭਾਂਤ ਕਰਵਾਇਓ, ਤਾਂ ਭਲੀ ਪ੍ਰਕਾਰ ਨਾਲ ਸਾਰੀ ਤਿਆਰੀ ਜਿਹੜੀ ਹੈ ਉਹ ਉੱਥੇ ਕਰਵਾ ਦਿੱਤੀ ਗਈ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਕੇਸ਼ੋਦਾਸ ਪੰਡਤ ਦੇ ਨਾਲ ਨੈਣਾ ਦੇਵੀ ਦੇ ਟਿੱਲੇ ਤੇ ਪੁੱਜੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ। ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।